ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ। ਕਰਮ ਨਾਮ ਬਰਣਤ ਸੁਮਤ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਪਹਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ। ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ ਨਿਹਾਰੀ। ਅਗੰਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ। ਕਾਲਜੁਗ ਪੀੜੀ ਸੋਢੀਆਂ ਨੇਚਰ ਨੀਵੇਂ ਉਸਾਰ ਖਿਲਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਕੀਰਤਨ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ। ਇਹ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਕਲਯੁਗ ਦੇ ਕੁੱਪ ਅੰਧੇਰੇ ਵਿੱਚ ਗੁਰਬਾਣੀ ਪ੍ਰਕਾਸ਼ ਕਰਦੀ ਹੈ। ਤਪਦੇ ਸੜਦੇ ਬਲਦੇ ਸਾਡੇ ਹਿਰਦਿਆਂ ਨੂੰ ਠੰਡ ਪਾਉਂਦੀ ਹੈ। ਨਾਮ ਤੇ ਬਾਣੀ ਇਹ ਸਾਧ ਸੰਗਤ ਜੀ ਦੋ ਐਸੇ ਖੰਭ ਹਨ ਜਿਹੜੇ ਵੀ ਪ੍ਰਾਣੀ ਮਾਤਰ ਨੂੰ ਲੱਗ ਜਾਂਦੇ ਹਨ, ਉੱਡ ਕੇ ਪਰਮੇਸ਼ਰ ਦੇ ਦੇਸ਼ ਚਲਾ ਜਾਂਦਾ ਹੈ। ਇੱਕ ਅਨਲ ਪੰਛੀ ਹੁੰਦਾ ਹੈ। ਉਸ ਅਨਲ ਪੰਛੀ ਦੇ ਬਾਰੇ ਸੁਣਿਆ ਹੈ ਕਿ ਉਹਦੇ ਖੰਭ ਜਿਹੜੇ ਵੀ ਚੀਜ਼ ਨੂੰ ਲੱਗ ਜਾਣ, ਕਿਉਂਕਿ ਉਹ ਜਿਹੜਾ ਅਨਲ ਪੰਛੀ ਹੈ ਉਹ ਰਹਿੰਦਾ ਆਕਾਸ਼ ਦੇ ਵਿੱਚ। ਸੰਸਕ੍ਰਿਤ ਵਿੱਚ ਉਸ ਨੂੰ ਅਨਲ ਕਹਿੰਦੇ ਹਨ ਤੇ ਫਾਰਸੀ ਵਿੱਚ ਈਰਾਨ ਦੇ ਵਿੱਚ ਉਸ ਨੂੰ ਹੁਮਾ ਕਹਿੰਦੇ ਹਨ। ਉਹ ਪੰਛੀ ਦੀ ਕਈ ਗੱਲਾਂ ਮਸ਼ਹੂਰ ਹਨ ਈਰਾਨ ਦੇ ਵਿੱਚ। ਇੱਕ ਤਾਂ ਇਹ ਗੱਲ ਪ੍ਰਸਿੱਧ ਹੈ ਵੀ ਜਿਹਦੇ ਸਿਰ ਦੇ ਉੱਤੋਂ ਹੁਮਾ ਪੰਛੀ ਉੜਦਾ ਹੋਇਆ ਲੰਘ ਜਾਵੇ, ਜਿਹਦੇ ਸਿਰ ਤੇ ਹੁਮਾ ਦਾ ਛਾਇਆ ਹੋਵੇ, ਉਹ ਬਾਦਸ਼ਾਹ ਬਣ ਜਾਂਦਾ, ਉਹ ਬੰਦਾ ਰਾਜਾ ਬਣ ਜਾਂਦਾ ਹੈ। ਦੂਸਰੀ ਉਹਦੀ ਇਹ ਖੂਬੀ ਦੱਸਦੇ ਹਨ ਕਿ ਉਹ ਆਪਣਾ ਆਂਡਾ ਆਕਾਸ਼ ਵਿੱਚ ਹੀ ਦਿੰਦਾ ਹੈ।
बहुत ਉੱਚਾ ਰਹਿੰਦਾ ਹੈ ਔਰ ਉਹਦਾ ਆਂਡਾ ਜਦੋਂ ਧਰਤੀ ਵੱਲ ਆਉਂਦਾ ਹੈ, ਧਰਤੀ ਤੋਂ ਕੁਝ ਦੂਰੀ 'ਤੇ ਆਂਡਾ ਫੁੱਟਦਾ ਹੈ, ਉਹਦੇ ਵਿੱਚੋਂ ਬੱਚਾ ਨਿਕਲਦਾ ਹੈ ਅਤੇ ਉਹ ਬੱਚਾ ਫਿਰ ਉੱਡ ਕੇ ਆਪਣੇ ਮਾਂ-ਬਾਪ ਕੋਲ ਆਕਾਸ਼ ਵਿੱਚ ਚਲਾ ਜਾਂਦਾ ਹੈ। ਇਹ ਈਰਾਨੀ ਲੋਕਾਂ ਦੀ, ਪੁਰਾਣੇ ਲੋਕਾਂ ਦੀ ਧਾਰਨਾ ਚਲੀ ਆਉਂਦੀ ਹੈ। ਤੀਸਰੀ ਉਹਦੀ ਖੂਬੀ ਇਹ ਹੈ, ਕਿਸੇ ਤੀਰ ਨੂੰ, ਕਿਸੇ ਚੀਜ਼ ਨੂੰ ਵੀ ਜੇਕਰ, ਵੈਸੇ ਤਾਂ ਉਸ ਹੁਮਾ ਪੰਛੀ ਦੇ ਪਰ ਹਰ ਬੰਦੇ ਨੂੰ ਲੱਭਦੇ ਨਹੀਂ, ਜੇ ਕਿਸੇ ਨੂੰ ਲੱਭ ਜਾਣ, ਜਿਹੜੀ ਚੀਜ਼ ਨੂੰ ਵੀ ਉਹ ਪਰ ਲੱਗ ਜਾਣ, ਉਹ ਵੀ ਉੱਡ ਕੇ ਉੱਥੇ ਚਲੀ ਜਾਂਦੀ ਹੈ ਜਿੱਥੇ ਹੁਮਾ ਪੰਛੀ ਰਹਿੰਦਾ ਹੈ। ਇਹ ਮਿਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਦੱਸੀ ਸੀ। ਜੈ ਨਾਮੀ ਕੋ ਦੇਸ਼ ਸੁਹਾਵਣ, ਕਿ ਜੋ ਵਾਹਿਗੁਰੂ ਦਾ, ਪਰਮੇਸ਼ਰ ਦਾ, ਅਕਾਲ ਪੁਰਖ ਦਾ ਦੇਸ਼ ਹੈ, ਜਿੱਥੇ ਪਰਮੇਸ਼ਰ ਰਹਿੰਦਾ ਹੈ, ਉੱਥੇ ਸਾਨੂੰ ਕੌਣ ਲਿਜਾ ਸਕਦਾ ਹੈ। ਕਹਿੰਦੇ ਉੱਥੇ ਜਾਣ ਵਾਸਤੇ ਉਸ ਪਰਮੇਸ਼ਰ ਦੇ ਹੀ ਪਰ ਹਨ, ਉਸ ਦੇ ਹੀ ਖੰਭ ਹਨ, ਸਤਿਨਾਮ ਸ੍ਰੀ ਵਾਹਿਗੁਰੂ। ਇਹ ਨਾਮ ਰੂਪੀ ਪਰ ਜਿਸ ਵੀ ਆਤਮਾ ਨੂੰ ਲੱਗ ਜਾਂਦੇ ਹਨ, ਵਾਹਿਗੁਰੂ ਦਾ ਸਿਮਰਨ ਜਿਸ ਵੀ ਮਨ ਵਿੱਚ ਵਸ ਜਾਂਦਾ ਹੈ, ਜਿਹੜੀ ਵੀ ਜੀਵ ਆਤਮਾ ਵਾਹਿਗੁਰੂ 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 ਜਪਣ ਲੱਗ ਜਾਂਦੀ ਹੈ, ਜਪਦਿਆਂ 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 ਉਸ ਪਰਮੇਸ਼ਰ ਦੇ ਦੇਸ਼ ਚਲੀ ਜਾਂਦੀ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤੇ ਠਾਉ, ਨਾ ਤਸਵੀਸ ਫਿਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਿਵਾਲ, ਅਬ ਮੋਹਿ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਇਸੇ ਕੰਮ ਲਈ ਗੁਰੂ ਨਾਨਕ ਦੇਵ ਜੀ ਦੁਨੀਆ 'ਤੇ ਆਏ ਹਨ। ਹੋਰ ਕੋਈ ਪ੍ਰਯੋਜਨ ਨਹੀਂ ਸਤਿਗੁਰਾਂ ਦਾ। ਸਤਿਗੁਰਾਂ ਦੇ ਆਉਣ ਦਾ ਕਾਰਨ ਹੈ ਵੀ ਸੜਦੀ ਬਲਦੀ ਇਸ ਦੁਨੀਆ ਨੂੰ ਪਰਮੇਸ਼ਰ ਦੇ ਨਾਮ ਨਾਲ ਜੋੜ ਕੇ ਭਵ ਸਾਗਰ ਤੋਂ ਪਾਰ ਉਤਾਰਿਆ ਜਾਵੇ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੋਰ ਬਾਕੀ ਸਾਰੇ ਕੰਮ ਆਤਮਾ ਦੇ ਕੰਮ ਨਹੀਂ ਆਉਂਦੇ। ਕਈ ਲੋਕਾਂ ਨੂੰ ਸ਼ੰਕਾ ਹੁੰਦਾ ਹੈ ਵੀ ਮਹਾਰਾਜ ਕਹਿੰਦੇ ਹੋਰ ਕੰਮ ਤੇਰੇ ਕੰਮ ਨਹੀਂ ਆਉਣੇ, ਤੇ ਕੰਮ ਬਿਨਾਂ ਦੇ ਸਰਦਾ ਕੋਈ ਨਹੀਂ। ਪੈਸੇ ਬਿਨਾਂ ਨਹੀਂ ਸਰਦਾ, ਰੋਟੀ ਬਿਨਾਂ ਨਹੀਂ ਸਰਦਾ, ਕੱਪੜੇ ਬਿਨਾਂ ਨਹੀਂ ਸਰਦਾ, ਮਕਾਨ ਬਿਨਾਂ ਨਹੀਂ ਸਰਦਾ, ਗੱਡੀ ਕਾਰ ਬਿਨਾਂ ਨਹੀਂ ਸਰਦਾ, ਤੇ ਜੇ ਕੰਮ ਨਾ ਕਰੀਏ ਤੇ ਸਰਦਾ ਕੋਈ ਨਹੀਂ। ਮਹਾਰਾਜ ਕਹਿੰਦੇ ਤੇਰੇ ਕੰਮ ਨਹੀਂ ਆਉਣੇ। ਸੋ ਸਾਧ ਸੰਗਤ ਜੀ, ਜਿਹੜੀਆਂ ਚੀਜ਼ਾਂ ਇਹ ਹਨ, ਰੋਟੀ ਹੈ, ਕੱਪੜਾ ਹੈ, ਮਕਾਨ ਹੈ, ਇਹ ਸਾਡੇ ਸਰੀਰ ਦੇ ਕੰਮ ਆਉਂਦੀਆਂ। ਇਹ ਸਾਡੇ ਇਸ ਸੰਸਾਰ ਵਿੱਚ ਜਿੰਨਾ ਚਿਰ ਅਸੀਂ ਜੀਂਦੇ ਹਾਂ, ਇਹ ਯਾਤਰਾ ਕਰਦੇ ਹਾਂ, ਇਹ ਸਾਡੇ ਯਾਤਰਾ ਦੇ ਕੰਮ ਆਉਂਦੀਆਂ। ਪਰ ਜਿਹੜਾ ਨਾਮ ਹੈ ਉਹ ਸਾਡੀ ਆਤਮਾ ਦੇ ਕੰਮ ਆਉਂਦਾ, ਸਾਡੀ ਰੂਹ ਦੇ ਕੰਮ ਆਉਂਦਾ। ਉਹ ਸਾਡਾ ਬਹੁਤ ਨੇੜਲਾ ਮਿੱਤਰ ਹੈ। ਨਾਮ ਵਰਗਾ ਹੋਰ ਕੋਈ ਮਿੱਤਰ ਨਹੀਂ। ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 10 ਜਾਮੇ ਧਾਰਨ ਕਰਕੇ ਸਾਨੂੰ ਨਾਮ ਬਾਣੀ ਦੁਆਰਾ ਭਵ ਸਾਗਰ ਤੋਂ ਪਾਰ ਲੰਘਾਉਣ ਦਾ ਯਤਨ ਕੀਤਾ ਹੈ। ਆਪ ਜੀ ਗੁਰੂ ਕੇ ਪਿਆਰੇ ਵੱਡੇ ਭਾਗਾਂ ਵਾਲੇ ਹੋ। ਵੀਕਐਂਡ ਦੇ ਦੀਵਾਨ ਤੇ ਗੁਰੂ ਚਰਨਾਂ 'ਚ ਬੈਠ ਕੇ ਸੱਚੇ ਪਾਤਸ਼ਾਹ ਜੀ ਦੀ ਅਕਾਲੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਇਹ ਜੋ ਹਫ਼ਤਾ ਬੀਤਿਆ ਹੈ, ਇਸ ਹਫ਼ਤੇ ਵਿੱਚ 2 ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਜੋਤੀ ਜੋਤ ਸਮਾਨ ਦੇ ਦਿਹਾੜੇ ਲੰਘੇ ਹਨ। ਪਹਿਲਾਂ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ, ਦੂਸਰੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਬਤ ਬਾਣੀ 'ਚ ਬਚਨ ਹੈ, ਲਹਿਣੇ ਦੀ ਫੇਰਾਈ ਹੈ, ਨਾਨਕਾ ਦੋਹੀ ਖੱਟੀ ਹੈ, ਜੋਤ ਓਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀ ਹੈ। ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣੇ ਤੋਂ ਅੰਗਦ ਬਣੇ। 7 ਸਾਲ ਗੁਰਦੇਵ ਦੀ ਸੇਵਾ ਕੀਤੀ। ਗੁਰਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰ। ਗੁਰੂਆਂ ਮਹਾਂਪੁਰਸ਼ਾਂ ਭਗਤਾਂ ਸੰਤਾਂ ਦੀ ਸੇਵਾ ਸੌਖੀ ਨਹੀਂ ਹੁੰਦੀ।
क्योंकि उत्थे ਪ੍ਰੀਖਿਆ ऐसी ਹੁੰਦੀ है, इम्तिहान ऐसे ਹੁੰਦੇ ने, हर बंदा उन्हां इम्तिहानां नूं पास नहीं कर सकता। करड़ी तो करड़ी ਪ੍ਰੀਖਿਆ लै के गुरु नानक देव जी, गुरु अंगद देव जी नूं पास कीता सी। साडे गुर इतिहास के पुरातन ग्रंथां विच, जन्म साखियां विच उस गल का जिक्र आउंदा है कि गुरु नानक देव जी महाराज अपने सेवक नूं कसवटियां ला ला के परखते रहे, जिवें सुनियार सोने नूं परखदा है कसवटी ला के। जे वो देखता है इहदे विच अजे खोट है तो उन्होंने फिर कुठाली च पा के थल्ले अग बाल के उसनूं ताल के उहदी खोट कड्ढण दा यतन करता है। जिन्ना चਿਰ सोने चों खोट नहीं निकलती उन्ना चਿਰ ता ला ला के साड़ साड़ के वो मैल कढ़दा रहिंदा है। ते श्री गुरु नानक देव जी ने कसवटियां कैसियां लाइयां, ये अपने इतिहास दे विचों आपां नूं पता लगदा है। सतगुरु महाराज की 7 साल की एक करड़ी सेवा, दिन रात खड़े करें हर चाकरी, बिन नामै होर न पाया। औखी घाटी सी, औखा काम सी। गुरु अंगद देव जी महाराज भाई लहणा जी के चेहरे ते कदी सिकन नहीं आया, कदी शंका नहीं फुरिया। गुरु की हर गल सत करके मान लई, क्योंकि गुरु नूं पछाणना कोई सौखा नहीं है। भाई गुरदास जी कहते मुरदा होए मुरीद ना गल्ली होवना। मुरीद यानी सिख बनना कोई सौखा नहीं। गल्लां बातां नाल तां सारे सिख आपां बन जाने। आपां जिहनूं भी पुछीए तू कौन है, मैं सिख हाँ, मैं भी कहांगा मैं सिख हाँ, तुसीं भी कहोगे आपां सिख हाँ। पर कहंदे सिख बनना इन्ना सौखा नहीं जिन्ना असीं समझी बैठे हैं। आखो सतनाम श्री वाहिगुरू। मुरदा मर चुका डेड बॉडी हुंदी है, उहनूं कहंदे मुरदा। कहंदे मुरदा होए मुरीद ना गल्ली होवना, साबर सिदक शहीद भरम पौ खोवना। गोला मुल खरीद कारे जोवना, ना तिस भुख ना नींद ना हसना सोवना। खाना ना खाना सोवना, ऐसे पखे दी जादीद पग मल धोवना। ते चंद मुबारक ईद पुग खलोवना। पुगना बड़ा औखा है, सिरे लगना बड़ा औखा है। चल तां कई पैंदे है, घरों तां कई तुरदे है, पर सिरे ते कोई कोई पहुँचता है। मंजले मकसूद तक अपड़ना बड़ा औखा है। सैकड़े सिखां विचों पास होए सन साहिब श्री गुरु अंगद देव जी महाराज। बड़ियां करड़ियां औखियां ਪ੍ਰੀਖਿਆਵਾਂ सन। जदों लास्ट ਪ੍ਰੀਖਿਆ लई सी ਤਾਂ भाई साहब संतोख सिंह जी ने लिखिया है कि जदों हाड़ी की बिजाई करनी सी, कणकां बीजणियां सन, गुरु साहब दे कोल लगभग 100 सिख करतारपुर डेरे 'च रहिंदा सी गुरु नानक देव जी दे। उन्हां सिखां नूं बुला के कहा भाई हल वाओ ते खेती की तैयारी करो, बिजाई करनी है। उन्होंने बड़े मेहनत नाल हल वाया, क्योंकि हल वाहना भी किहड़ा सौखा काम सी। उदों अजकल के ट्रैक्टर नाल खेती हुंदी है, पहलां हालियां नूं पता है, पुराने बजुर्गां नूं अपने ते एक पीढ़ी पिछलियां नूं पुछो, हल दी जंगी फड़ के रात नूं 12-1 बजे लगते सन ते बड़ी मुश्किल नाल जाके दिन चढ़े ताईं कोई किला अद्धा किला हल वाया जांदा सी। 100-150 किला जमीन सी श्री करतारपुर साहब, जो करोड़ीए सेठ ने गुरु नानक देव जी नूं अरदास कराई सी। उस जमीन विच हल वाह के कणक की बिजाई कीती। जदों कणक की बिजाई हो गई, कणक बीजी गई, उहदी संभाल होई ते सच्चे पातशाह महाराज कहंदे भाई लांगरी नूं बुला के कहंदे लंगर बड़ा ज़्यादा खर्च हुंदा है, इस तरह करो एक दिन दे विच एक वारी लंगर बनिया करे, 2 टाइम नहीं, एक टाइम लंगर बनेगा, सवेरे प्रशादा मिलेगा, अगले दिन फिर सवेरे ही मिलेगा, शाम नूं नहीं मिलना। जदों हुण लंगर एक टाइम मिलण लग पिया, मेरे वर्गे 100 चों 50 बंदे दौड़ गए। जदों 50 बंदे दौड़ गए तो खेतां 'च काम भी करना पैंदा सी, गोडी करनी, खेतां 'च पानी लाना, माल डंगर नूं संभालना,
लंगर दे भांडे मांजने, लंगर पकाना, वरताना, प्रशादा एक टाइम मिलना। तो हुण 2 टाइम 3 टाइम खाण वाले बंदे नूं एक टाइम मिले। अद्धे बंदे भज गए श्री करतारपुर साहिब तो। जदों 50 कुछ बंदे रह गए तो महाराज कहंदे लंगर अजे भी खर्चा ज़्यादा है, एक दिन विचों नागा पा लिया करिए। अज लंगर बनावांगे, परसों बनेगा। जदों एक दिन बाद लंगर मिलता सी उदों ही औखे सी। जदों तीजे दिन मिलण लगा तो अद्धे जिहड़े रहिंदे सी वो भी भज गए। 25 क रह गए। जदों 25-20 रह गए तो महाराज कहंदे चलो हुण 2 टाइम लंगर कर दिओ। सवेरे शाम लंगर तो बनन लग पिया। करदियां करदियां कणक दे जिहड़े 4 महीने सी लंघ गए। कणकां पक गईयां। अजकल दे मौसम विच चेत्र विसाख विच वाढीਆਂ होईयां। सच्चे पातशाह के खेतों च उन्हां 20 बंदियां ने बड़ी मेहनत नाल 100 किला पैली कणक वड्ढी ते वढ के भरियां बना के पंडा बन के रख दिती। महाराज कणक नूं गाहण पा लईए। गाहण का मतलब हुंदा दाणे कढणे। अजकल तां फराटियां नाल मशीनां नाल, पहलां बलदां फड़ियां नाल वो गेड़दे सन ते दाणे कढदे सन। बड़ा मेहनत वाला काम सी वो। महाराज कहंदे नहीं, सारी कणक एक थां ते इकट्ठी करके ना अग ला दिओ। वो 20-22 बंदे कहंदे बाबा जी बजुर्ग हो गए, हुण इन्हां दा दिमाग हुण काम नहीं करदा। इन्नी मेहनत कीती है, 100 किले की कणक नूं अग ला दईए, लंगर कित्थों खावांगे। ते जिमीदार जिन्हें फसल पुत्तां दा पाली हुंदी है ना, वो अग नहीं ला सकदा। ये भी एक बड़ी वड्डी गल है। अपने हत्थी बीजी हुई, अपने हत्थी पाली हुई फसल ते उहनूं अग ला दईए। वो जिहड़े सन साध संगत जी वो भी पिछां हट गए। महाराज कहंदे हुक्म नहीं मनदे। कहंदे आ हुक्म नहीं मन्निया जांदा। ते गल हुक्म मनण ते मुकणी सीगी। महाराज आप गए ते कणक नूं अग ला दित्ती। ਉਹਦਾ ਉਹਨਾਂ ਦਾ ਚੋਜ ਸੀ, ਉਹਨਾਂ ਦੀ ਲੀਲਾ ਸੀ। ਜਦੋਂ ਕਣਕ ਨੂੰ ਅੱਗ ਲਾ ਦਿੱਤੀ ਤੇ ਉਹ ਜਿਹੜੇ ਵਿੱਚੋਂ 20-22 ਸਨ, ਉਹਨਾਂ ਵਿੱਚੋਂ ਵੀ 10-12 ਭੱਜ ਗਏ ਵੀ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ, ਆਪਾਂ ਤਾਂ ਗੁਰੂ ਮੰਨ ਕੇ ਆਏ ਸੀ, ਗੁਰੂਆਂ ਵਾਲੀ ਤੇ ਗੱਲ ਹੀ ਕੋਈ ਨਹੀਂ, ਬਾਬਾ ਜੀ ਦਾ ਤਾਂ ਮਸਤਾਨਾ ਪਹਿਰਾ ਹੋ ਗਿਆ। ਜੇ ਗੁਰੂ ਸਾਂਗ ਵਰਤਦਾ, ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਕੋਈ ਵੀ ਸਾਂਗ ਬਦਲ ਸਕਦਾ, ਗੁਰੂ ਕੋਈ ਵੀ ਰੂਪ ਧਾਰਨ ਕਰ ਸਕਦਾ, ਗੁਰੂ ਕੋਈ ਵੀ ਲੀਲਾ। ਅੱਜ ਆਪਾਂ ਕਹਿ ਦਿੰਦੇ ਹਾਂ ਵੀ ਸਿੱਖ, ਸਾਨੂੰ तो साध संगत जी साखियां सुन के ही नहीं बर्दाश्त होंदियां, जिन्हां दे नाल बीतियां उन्हां नूं पुछो की होया होना। आखो सतनाम श्री वाहिगुरू। है अग ला दित्ती कणक नूं, गुरु ने चले गए। जदों चले गए रह गए 10-12, सच्चे पातशाह महाराज ने एक नवां रूप आरंभ किया। कहंदे सिर ते भी रस्से लपेट ले, लक नूं भी रस्से लपेट ले, एक हाथ दे छुरा फड़ लिया, एक डांग फड़ लई, शिकारियां वाला रूप बना लिया, 5-7 कुत्ते नाल अपनी माया नाल ही प्रगट कर ले, 2-4 नूं डंडे मारे, 2-4 नूं छुरे दिखाए। वो जिहड़े 10-12 सी उन्हां विचों भी 4 जने रह गए, वो भी भज गए, परां हट गए, खलो के कहंदे बाबा जी दा हुण पता नहीं किहनूं छुरा मार देण, किहदा सिर पाड़ देण। कल्ले सतगुरु रावी वल चल पए श्री गुरु नानक देव जी। वो 4 जने किहड़े सन? एक तो भाई लहणा श्री गुरु अंगद देव जी महाराज सन, एक भाई भगीरथ जी, एक भाई सधारण जी, बाबा बुढ़ा जी। ये जिहड़े 4-5 जने पिछे पिछे तुरे आए। रावी दे ते डेरे दे विचकार जाके महाराज कहंदे तुसीं पिछां क्यों नहीं जांदे, पिछां मुड़ जाओ, बाकी चले गए ने, सारा डेरा खाली हो गया ते तुसीं क्यों नहीं जांदे। बाबा बुढ़ा जी दे मूँह तो निकलिया, महाराज तुहाडे सिख जो होए। महाराज कहते मेरे सिख हो ते आ बलदी अग दे छाल मारो। अग बल रही सी, इदां लग रहा सी जिवें कोई मुर्दा सड़ रहा होवे, कोई चिता बल रही होवे। हुण अग विच किहड़ा छाल मारे? भाई लहणे ने छाल मार दित्ती। वो अग तां है नहीं सी, वो अग सिर्फ दिसदी सी, प्रतीत हुंदी सी, वास्तव विच नहीं सी। ठंडी ठार सी। जिहड़ा हुण पास हो जांदा वो अगली क्लास विच दाखल हो जांदा है, जिहड़ा फेल हो जांदा है वो पिछे रह जाता है। तो तुसीं जाणदे हो सारी दुनिया का नियम है। वो 4 उत्थे खड़े रह गए। भाई लहणा जी नाल तुर पए। जदों रावी दे कंडे ते पहुँचे तो महाराज कहंदे लहणिया बाकी सारे चले गए ने, तू क्यों नहीं जाता, तू भी चला जा। कहन लगा
सच्चे पातशाह मेरा तेरे तो बिना कोई ठिकाना कोई नहीं, तेरे तो बिना मेरी कोई थां कोई नहीं। कहन लगे अच्छा जे मेरे तो बिना तेरा कोई ठिकाना नहीं, फिर मेरा हुक्म मन ते आ मुर्दा पिया मुर्दा खा लै। रावी दरिया दे विच डैड बॉडी रुड़ के आई हुई, कपड़े च लपेटी हुई, साइड ते पई है। साध संगत जी ये लास्ट प्रीख्या सी। हुण तुसीं जाणदे हो मर जाना सौखा है। साडे वर्गे बंदे नूं कोई कहे तैनूं मार देंगे जां मुर्दा खा ते जां मरन लई तैयार हो जा, असीं कहांगे मार भावें दे मुर्दा नहीं खाधा जाता। मुर्दा खाना बड़ा औखा है, मुर्दा खा लै। सच्चे पातशाह सिर वल्लों खावांगे पैरों वल्लों। महाराज कहते भी पैरों वल्लों सानूं जाके कपड़ा चुक्या, वो मुर्दा तो है नहीं सी, कड़ाह प्रसाद दियां देगां ही सन। वो छकियां जदों श्री गुरु नानक साहब देखते रहे, चुक के गालना ला लिया, कहन लगे तेरे मेरे च कोई फर्क नहीं रह गया। आखो सतनाम श्री वाहिगुरू। जोत ओहा जुगत साए, सह काया फेर पलटी है। बचन मन लिया हुक्म मन्या होवे परवान, तां खसमे का महल पाए सी। वो खसम दे महल च परवान हो गए। गुरु नानक साहब फड़ के बाहों वापस ले आए। जिन्ने भज गए दौड़ गए सन सारे बुला ले, कहंदे आ जाओ, असीं कोई तुहाडे दुश्मन नहीं आ, तुसीं भी साडे सिख हो, पर तुहानूं एक गुरु देना सी, तुहानूं आगू देना सी, जिहड़ा 100 नंबर लैके पास होना सी उही बनना सी, दूजिਆਂ ਦੇ वस की गल नहीं सी। नहीं तो सारिਆਂ ने कहना सी मैं गुरु बनना, मैं गुरु बनना। ਪ੍ਰੀਖਿਆ ਅੱਜ ਸਾਧ ਸੰਗਤ जी कित्थे प्रॉब्लम आती है साडे समाज विच, ਅਸੀਂ ਅਯੋਗ ਬੰਦਿਆਂ ਨੂੰ ਮੁਖੀ ਬਣਾ ਦਿੰਦੇ ਹਾਂ। ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਨਹੀਂ ਵੇਖਦੇ, ਉਹਨਾਂ ਦੀ ਕੋਈ ਯੋਗਦਾਨ, ਉਹਨਾਂ ਦੀ ਸੇਵਾ, ਉਹਨਾਂ ਦਾ ਕੋਈ ਮਹੱਤਵ ਨਹੀਂ ਦੇਖਦੇ। ਬਸ ਪੈਸੇ ਚਾਰ ਹੋਣ ਤੇ ਬਣਾ ਦਿਓ ਇਹਨੂੰ ਮੁਖੀਆ, ਇਹਨੂੰ ਬਣਾ ਦਿਓ ਪ੍ਰਧਾਨ, ਇਹਨੂੰ ਬਣਾ ਦਿਓ ਆਗੂ, ਤੇ ਉਹ ਬੰਦਾ ਫਿਰ ਸਾਡੀ ਬੇੜੀ ਡੋਬ ਦਿੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਮਤਿਹਾਨ ਹਰ ਜਗ੍ਹਾ ਤੇ ਹੁੰਦਾ। ਸਰਕਾਰਾਂ ਮਹਿਕਮੇ ਉਹ ਸਾਧ ਸੰਗਤ ਜੀ ਦੇਖੋ ਜਦੋਂ ਵੀ ਕਿਸੇ ਬੰਦੇ ਨੂੰ ਨੌਕਰੀ ਦਿੰਦੇ ਨੇ ਉਹਦੇ ਨੰਬਰ ਦੇਖਦੇ ਨੇ, ਉਹਦੀ ਸਰਟੀਫਿਕੇਟ ਦੇਖਦੇ ਨੇ, ਉਹਦੀ ਕੁਆਲੀਫਿਕੇਸ਼ਨ ਦੇਖਦੇ ਨੇ, ਪਰ ਆਪਾਂ ਇਸ ਪਾਸੇ ਬਿਲਕੁਲ ਧਿਆਨ ਨਹੀਂ ਦਿੰਦੇ ਵੀ ਸਾਡੇ ਪ੍ਰਧਾਨ ਨੂੰ ਜਪਜੀ ਸਾਹਿਬ ਵੀ ਆਉਂਦਾ ਕਿ ਨਹੀਂ ਆਉਂਦਾ, ਸਾਡੇ ਮੁਖੀਏ ਨੂੰ ਗੁਰੂ ਘਰ ਦੀ ਮਰਿਆਦਾ ਦਾ ਪਤਾ ਵੀ ਹੈ ਕਿ ਨਹੀਂ। ਗੁਰੂ ਅੰਗਦ ਦੇਵ ਸਾਹਿਬ ਦੀ ਪ੍ਰੀਖਿਆ ਹੋਈ, ਜਦੋਂ ਸਾਰੀ ਪ੍ਰੀਖਿਆ ਜੋ ਪਾਸ ਕਰਕੇ ਸਾਰਿਆਂ ਨੂੰ ਬੁਲਾ ਲਿਆ, ਉਹ ਜਿਹੜੇ ਦੌੜ ਗਏ ਸਨ ਪੁਰਾਣੇ ਨਵੇਂ ਸਾਰੇ ਆ ਗਏ। ਜਦੋਂ ਬੁਲਾ ਕੇ ਸੱਚੇ ਪਾਤਸ਼ਾਹ ਨੇ ਆਖਿਆ ਸਾਧ ਸੰਗਤ ਜੀ ਇਹ ਭਵ ਸਾਗਰ ਤੋਂ ਪਾਰ ਲੰਘਾਉਣ ਲਈ ਸਾਡੀ ਡਿਊਟੀ ਅਕਾਲ ਪੁਰਖ ਨੇ ਲਾਈ ਸੀ। ਜਿੰਨਾ ਸਮਾਂ ਸਾਡੇ ਸਰੀਰ ਵਿੱਚ ਰਹਿਣ ਦਾ ਸੀ ਉਹ ਪੂਰਾ ਹੋ ਗਿਆ। ਅਸੀਂ ਇਹ ਚੋਲਾ ਛੱਡਾਂਗੇ, ਸਾਡੇ ਤੋਂ ਬਾਅਦ ਸਾਡਾ ਰੂਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਹੋਣਗੇ। ਇਹਨਾਂ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਜਾਣਨਾ। ਉਦੋਂ ਮਾਤਾ ਸੁਲੱਖਣੀ ਜੀ ਤੇ ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ, ਇਹਨਾਂ ਨੇ ਇਤਰਾਜ਼ ਕੀਤਾ ਵੀ ਗੱਦੀ ਤਾਂ ਪਿਓ ਦੀ ਪੁੱਤਰ ਨੂੰ ਮਿਲਦੀ ਹੁੰਦੀ ਹੈ, ਤੁਸੀਂ ਸੇਵਕ ਨੂੰ ਕਿਵੇਂ ਦੇ ਰਹੇ ਹੋ। ਮਹਾਰਾਜ ਕਹਿਣ ਲੱਗੇ ਸੁਲੱਖਣੀ ਜੀ ਇਹ ਚੀਜ਼ ਹੀ ਸੇਵਕ ਦੀ ਹੈ, ਇਹ ਪੁੱਤਰਾਂ ਦੀ ਪ੍ਰੋਪਰਟੀ ਨਹੀਂ ਹੈ। ਇਹ ਸੇਵਕ ਕੀ ਵਸਤ ਸਦੀਵਾ, ਇਹ ਸਦਾ ਲਈ ਸੇਵਕ ਦੀ ਰਹਿਣੀ ਹੈ। ਜਿਹੜਾ ਸੇਵਾ ਕਰੇਗਾ ਸੇਵਾ ਕਰਤ ਹੋਏ ਨਿਹਕਾਮੀ, ਇਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਇਹ ਪ੍ਰਾਪਤੀ ਹੋਣੀ ਹੈ। ਮਾਤਾ ਜੀ ਨੇ ਇਤਰਾਜ਼ ਕੀਤਾ। ਜਦੋਂ ਇਤਰਾਜ਼ ਕੀਤਾ ਤੇ ਮਹਾਰਾਜ ਕਹਿਣ ਲੱਗੇ ਕਿ ਹੁਣੇ ਤੁਹਾਡੇ ਸਾਹਮਣੇ ਫੈਸਲਾ ਹੋ ਜਾਏਗਾ। ਦੋ ਪ੍ਰੀਖਿਆ ਫਿਰ ਬਾਅਦ 'ਚ ਹੋਈਆਂ। ਇੱਕ ਸੱਚੇ ਪਾਤਸ਼ਾਹ ਨੇ ਆਪਣੀ ਜਿਹੜੀ ਲੋਈ ਸੀ ਨਾ ਚਾਦਰ, ਉਹ ਇੱਦਾਂ ਰੱਖ ਦਿੱਤੀ। ਕਹਿਣ ਲੱਗੇ ਜਿਹੜਾ ਇਹਦੀ ਬੁੱਕਲ ਮਾਰ ਲਵੇ ਉਹਨੂੰ ਇਹ ਦਾਤ ਮਿਲ ਜੇਗੀ। ਬਾਬਾ ਸ੍ਰੀ ਚੰਦ ਜੀ ਕੋਲੋਂ ਉਠਾਈ ਨਹੀਂ ਗਈ, ਬਾਬਾ ਲਖਮੀ ਦਾਸ ਜੀ ਕੋਲੋਂ ਹਿਲਾਈ ਵੀ ਨਹੀਂ ਗਈ, ਤੇ ਬਾਬਾ ਲਹਿਣਾ ਜੀ ਨੇ ਚੁੱਕ ਕੇ ਬੁੱਕਲ ਮਾਰ ਲਈ। ਮਾਤਾ ਸੁਲੱਖਣੀ ਕਹਿੰਦੀ ਇਹ ਵੀ ਕੋਈ ਗੱਲ ਨਹੀਂ, ਮੇਰੇ ਪੁੱਤਰ ਦਾ ਹੱਕ ਤੁਸੀਂ ਖੋਹ ਕੇ ਦੇ ਰਹੇ ਹੋ। ਮਾਂ ਨੂੰ ਪੁੱਤਰ ਹੀ ਪਿਆਰੇ ਹੁੰਦੇ ਆ। ਸੰਗਤ ਦੇ ਵਿੱਚ ਵੀ ਕੁਝ ਬੰਦੇ ਬਾਬਾ ਸ੍ਰੀ ਚੰਦ ਜੀ ਦੇ ਪੱਖੀ ਬਣ ਗਏ। ਮਹਾਰਾਜ ਕਹਿਣ ਲੱਗੇ ਤੇ ਹੋਰ ਫੈਸਲਾ ਹੁਣੇ ਹੋ ਜਾਂਦਾ। ਇੱਕ ਸਿੱਖ ਨੇ ਇੱਕ ਟਕਾ ਲਿਆ ਕੇ ਮੱਥਾ ਟੇਕਿਆ, ਇੱਕ ਪੈਸਾ। ਉਹ ਗੁਰੂ ਸਾਹਿਬ ਇੱਦਾਂ ਸਾਰਿਆਂ ਦੇ ਦੇਖਦਿਆਂ ਚੁੱਕ ਲਿਆ ਤੇ ਮੁੱਠੀ 'ਚ ਬੰਦ ਕਰਕੇ ਕਹਿੰਦੇ ਪੁੱਤਰ ਸ੍ਰੀ ਚੰਦ ਦੱਸੋ ਮੇਰੀ ਮੁੱਠੀ 'ਚ ਕੀ ਹੈ। ਕਹਿਣ ਲੱਗੇ ਪਿਤਾ ਜੀ
तुहाडी मुट्ठी 'च कोई लुकण मिट्टी थोड़ी है, सब दे सामने तुसीं टका चुक्या, तुहाडी जे मुट्ठी 'च एक टका ही है। पुत्र लक्ष्मी दास तुसीं दसो साडी मुट्ठी 'च की है? महाराज तुहाडी मुट्ठी 'च एक टका ही है। फिर महाराज कहंदे लैणिया तू दस साडी मुट्ठी 'च की है? गल पल्ला पा लिया, हथ जोड़ के सिर नवा के कहन लगा सच्चे पातशाह मैं तां की विचारा हाँ, इस ब्रह्मंड दी इस दुनिया दी कोई शक्ति तुहाडी मुट्ठी दा अंत नहीं पा सकदी। तुहाडी मुट्ठी 'च सारा कुछ ही है, सब कुछ तुमरे हाथ में, सारा कुछ तुहाडे कोल है। तुसीं इस संसार दे ब्रह्मंड दे मालक हो, निरंकार दा रूप हो। ऐसी कोई चीज़ है जिहड़ी तुहाडी मुट्ठी 'च ना होवे? सब कुछ तुहाडे हथ विच है। महाराज मैं तुहाडी मुट्ठी दा भेद की दस सकदा हाँ? महाराज कहन लगे सुलखणी जी इस तों वध होर फैसला नहीं हो सकदा। ये वस्तु नूं यही संभाल सकदा है, होर किसी दे वस दी गल नहीं। वो श्री गुरु अंगद देव जी महाराज गुरता गद्दी ते विराजमान होए। 12 साल इस गुरता गद्दी ते रह के गुरमत दा प्रचार किया। श्री खंडूर साहब फिर वसाया, फिर आन सतपुर खंडूर। जप तप संजम नाल तुध होर मुच गरूर। लभ बिना है मानसा जो पानी बूर। वरिया दरगाह गुरु दी कुदरती नूर। वो महाराज दे दरबार विच कुदरती नूर वसदा सी। जदों महाराज श्री खंडूर साहब आ बिराजे, उत्थे रह के इन्ना त्याग इन्ना बैराग, जदों गुरु नानक साहब दे ज्योति जोत समान की खबर आके बाबा बुढ़ा जी ने सुनाई सी, क्योंकि माई भराई दे कोठे विच गुप्त होके बैठ गए सन। गुरु नानक साहब ने कह कलिया सी तुसीं उत्थे चले जाओ खंडूर साहब, हुण तुहानूं साडे कोल आउण दी लोड़ नहीं, असीं तुहाडे कोल आ जावांगे। आखो सतनाम श्री वाहिगुरू। मैं रात भी एक जगह ते उत्थे विचार चल रही सी कि गुरु नानक साहब ज्योति जोत समा गए। गुरु नानक देव जी महाराज दे ज्योति जोत समान तो बाद ये मतभेद होया। अद्धे कहण असीं साडे पीर सीगे, असीं उन्हां दी कबर बनानी है। अद्धे कहण साडे गुरु सी, असीं उन्हां दी समाधि बनानी है। क्योंकि मुसलमान भी पातशाह दे सेवक सन ते हिंदू भी महाराज दे सिख सन। महाराज कहण लगे साडा तां सारा संसार ही इक्को है, सारी सृष्टि साडे वास्ते एक है, पर वो जिहड़े साडे वर्गे लोग सन उन्हां दे अपने अपने ख्याल सन। कहण लगे साडे पीर ने असीं समाधि बनावांगे, सारे कबर बनावांगे, हिंदू कहंदे समाधि बनावांगे। अज भी उत्थे करतारपुर दोवें चीज़ां ने, एक समाधि है एक कबर है गुरु नानक साहब की बनी हुई। क्योंकि महाराज तां आप शरीर समेत अलोप हो गए। वो जिहड़ी बस्तर सी चादर सी अद्धा अद्धा पाड़ के अद्धियां ने समाधि बना लई, अद्धियां ने महाराज की कबर बना लई। सवाल ये उठिया कि गुरु नानक कबर विच गया है जां गुरु नानक मड़ी विच गया है, यानी समाधि विच गया है? किथे बाबा? तो भाई गुरदास जी अपनी बाणी च जवाब दिंदे ने, कहंदे बाबा मड़ी ना गोर मठ। आखो सतनाम। बाबा मड़ी ना गोर मठ, ना तो बाबा हिंदुआं वाली समाधि च गया है ते ना बाबा मुसलमानां वाली कबर च गया है। फिर बाबा कित्थे चला गया? कहंदे गुर अंगद के हिये समावै। बाबा दे गुरु अंगद दे हिरदे च समा गया है। बाबा कोई शरीर नहीं सी, बाबा कोई पंज भूतक चोला नहीं सी, बाबा जोत सी। जोत रूप हर आप गुरु नानक कहायो, ताते अंगद भयो, तत स्यों तत मिलायो। अंगद कृपा धार अमर सतगुर थिर कीओ, अमरदास अमृत छतर गुरु राम है दियो। ये जोत गां दी गां चलदी आई, जोत ओहा जुगत साए सह काया फेर पलटी है। वो निरंजनी अकाली जोत का दूसरा रूप श्री गुरु अंगद देव साहब जी महाराज होए। आप जी ने जिहड़े उपकार कीते साडे समाज उत्ते, उहदा दुनिया ते कोई शानी नहीं है। सब तो वड्डी जिहड़ी दात दित्ती सानू, साडी पंजाबी बोली नूं एक लिपि दित्ती। बोली तां साडी हज़ारां साल पुरानी है। साडी बोली जिहड़ी है पंजाबी बोली का इतिहास जिहड़े विद्वान कथन करते हैं, रिसर्च करते हैं, भाषा विग्यानी, वो ये दसते हैं भी जिहड़ा दुनिया का सब तो पुराना सब तो पहला ग्रंथ ऋगवेद है, वो पंजाब की धरती ते रचिया गया।
और ऋग्वेद की जिहड़ी संस्कृति है ਉਹਦੇ 'ਚ ਪੰਜਾਬੀ ਬੋਲੀ ਦੀ ਝਲਕ ਉੱਠਦੀ ਹੈ। ਪੰਜਾਬੀ ਬੋਲੀ ਸਭ ਤੋਂ ਪੁਰਾਣੀ ਹੈ, ਦੁਨੀਆ ਦੀ ਪਹਿਲੀ ਬੋਲੀ ਹੈ, ਪਰ ਇਹਦੇ ਕੋਲ ਆਪਣੀ ਲਿਪੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਲਿਖੀ ਜਾ ਸਕੇ। ਹੋਰ ਅੱਖਰਾਂ ਦੇ ਵਿੱਚ ਪੰਜਾਬੀ ਲਿਖੋਗੇ ਉਹ ਲਿਖੀ ਨਹੀਂ ਜਾਣੀ, ਪੂਰੇ ਵਰਡ ਨਹੀਂ ਬਣਨੇ। ਉਹ ਮੇਰੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਨੇ ਪ੍ਰਚਲਿਤ ਕੀਤੇ। ਲਿਆਏ ਤਾਂ ਗੁਰੂ ਨਾਨਕ ਦੇਵ ਜੀ ਹਨ, ਉਹਨਾਂ ਨੇ ਪੱਟੀ ਲਿਖੀ ਆ ਆਸਾ ਰਾਗ ਦੇ ਵਿੱਚ, ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ ਤਿਨ ਕਾ ਸਫਲ ਭਇਆ। ਇਹ ਬਾਣੀ ਗੁਰੂ ਨਾਨਕ ਸਾਹਿਬ ਨੇ ਲਿਖੀ ਹੈ, ਪਰ ਅੱਖਰ ਜਿਹੜੇ ਹਨ ਉਹ ਮਹਾਰਾਜ ਗੁਰੂ ਅੰਗਦ ਦੇਵ ਜੀ ਨੇ ਪ੍ਰਚਲਿਤ ਕੀਤੇ ਹਨ। ਜਦੋਂ ਭਾਈ ਬਾਲਾ ਸ੍ਰੀ ਖਡੂਰ ਸਾਹਿਬ ਆਇਆ, ਮਹਾਰਾਜ ਨੇ ਮਿਲਿਆ। ਮਹਾਰਾਜ ਕਹਿੰਦੇ ਤੁਸੀਂ ਸਾਰੀ ਉਮਰ ਗੁਰੂ ਨਾਨਕ ਦੇ ਨਾਲ ਰਹੇ ਹੋ, ਤੁਸੀਂ ਮੇਰੇ ਗੁਰੂ ਦੀ ਮੈਨੂੰ ਕਥਾ ਸੁਣਾਓ। ਤੇ ਉਹ ਜਿਹੜੀ ਕਥਾ ਹੈ ਅਸੀਂ ਨਾਲ ਨਾਲ ਲਿਖਵਾ ਵੀ ਲਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਜਿਹੜੇ ਨੇ ਉਹ ਗੁਰੂ ਨਾਨਕ ਦੀ ਕਥਾ, ਉਹ ਗੁਰੂ ਨਾਨਕ ਪਾਤਸ਼ਾਹ ਦੀ ਕਥਾ ਜਿਹੜੀ ਹੈ ਉਹ ਸਿੱਖ ਜਿਹੜੇ ਹਨ। ਮਾਤਾ ਜੀ ਤਾਂ ਪਹਿਲਾਂ ਹੀ ਕੰਮ ਕਰ ਲਓ, ਫਿਰ ਕਰ ਲੈਂਦੇ ਹਾਂ। ਆਖੋ ਸਤਨਾਮ ਸ੍ਰੀ ਤਾਲੋਂ ਖੁੱਲੀ ਨੁਮਣੀ ਕਰਦੀ ਆਲ ਬਤਾਲ, ਫਿਰ ਖਿਆਲ ਉਖੜ ਜੇ ਨਾ ਆਨੰਦ ਨਹੀਂ ਆਉਂਦਾ। ਬੇਨਤੀ ਆ ਵੀ ਥੋੜਾ ਗੁਪਤ ਹੋ ਕੇ ਕੰਮ ਕਰ ਲਿਆ ਕਰੋ। ਆਖੋ ਸਤਨਾਮ ਸ੍ਰੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪੱਟੀ ਲਿਖੀ ਤੇ ਉਹ ਜਿਹੜੇ ਉੱਥੇ ਬਾਹਰ ਬਹਿ ਕੋ ਯਾਰ ਰੱਖ ਕੇ ਤੁਸੀਂ ਹਾਂ ਕੀਰਤਨ ਹੋ ਰਿਹਾ ਹੋਵੇ ਨਾ ਤੇ ਉਹਦੇ ਵਿੱਚ ਨਾਲ ਵਾਜੇ ਸਾਜ਼ ਵੱਜਦੇ ਆ ਤੇ ਧਿਆਨ ਜੁੜਿਆ ਰਹਿੰਦਾ। ਤੇ ਜੇ ਕਥਾ ਹੋ ਰਹੀ ਹੈ ਉਹਦੇ 'ਚ ਬੜਾ ਡਿਸਟਰਬਿੰਗ ਹੋ ਜਾਂਦੀ। ਮਾफ़ ਕਰਨਾ, ਮੈਂ ਸਾਰੀ ਸੰਗਤ ਤੋਂ ਮਾफ़ੀ ਮੰਗਦਾ, ਪਰ ਮੇਰਾ ਸੁਭਾਅ ਇੱਦਾਂ ਦਾ ਹੀ ਹੈ, ਮੈਂ ਕਹਿਣੋਂ ਹਟਦਾ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਪਾਵਨ ਪਵਿੱਤਰ ਅੱਖਰ ਪ੍ਰਚਲਿਤ ਕਰਾ ਕੇ ਆਹ ਗੁਰਮੁਖੀ ਅੱਖਰ ਸਾਨੂੰ ਦਿੱਤੇ ਹਨ। ਆਹ ਸਾਰੀ ਬਾਣੀ ਉਹਨਾਂ ਅੱਖਰਾਂ ਵਿੱਚ ਲਿਖੀ ਗਈ ਹੈ। ਸਾਰਾ ਇਤਿਹਾਸ ਗੁਰੂ ਸਾਹਿਬ ਦਾ ਉਹਨਾਂ ਅੱਖਰਾਂ ਵਿੱਚ ਲਿਖਿਆ ਗਿਆ ਹੈ। ਸੋ ਖਾਲਸਾ ਜੀ, ਅੱਜ ਗੁਰੂ ਅੰਗਦ ਦੇਵ ਸਾਹਿਬ ਨੂੰ ਆਪਾਂ ਯਾਦ ਕਰ ਰਹੇ ਹਾਂ। ਨਾਲ ਲੱਗਦਿਆਂ ਹੀ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਉਹਨਾਂ ਦਾ ਵੀ ਜੋਤੀ ਜੋਤ ਸਮਾਨ ਦਾ ਦਿਹਾੜਾ ਹੈ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖੀ ਦੇ ਵਿੱਚ ਪਰਿਵਰਤਨ ਵੀ ਲਿਆਂਦਾ। ਪਹਿਲਾਂ ਪੰਜ ਪਾਤਸ਼ਾਹੀਆਂ, ਪੰਜ ਪਿਆਲੇ। ਉਹ ਪਿਆਲੇ ਕਿਹੜੇ ਸਨ? ਸਤ, ਸੰਤੋਖ, ਦਇਆ, ਧਰਮ, ਧੀਰਜ ਦੇ ਪੰਜ ਪਿਆਲੇ ਸਨ। ਛੇਵਾਂ ਪਿਆਲਾ ਵੀਰ ਰਸ ਦਾ ਗੁਰੂ ਹਰਗੋਬਿੰਦ ਸਾਹਿਬ ਨੇ ਪਿਆਇਆ ਸਿੱਖਾਂ ਨੂੰ। ਆਖੋ ਸਤਨਾਮ ਸ੍ਰੀ ਕਾਇਰਤਾ, ਬੁਝਦਿਲੀ, ਕਮਜ਼ੋਰੀ ਦੂਰ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦਾ ਪਰਿਵਰਤਨ ਕਰ ਦਿੱਤਾ। ਖਿਆਲ ਵੀ ਅਸੀਂ ਗੁਲਾਮ ਹਾਂ, ਅਸੀਂ ਦੱਬੇ ਹੋਏ ਹਾਂ, ਅਸੀਂ ਜ਼ਾਲਮਾਂ ਦੇ ਅਧੀਨ ਰਹਿਣਾ ਹੈ। ਉਹ ਭਾਰਤ ਵਾਸੀਆਂ ਦੀ ਜਿਹੜੀ ਸਦੀਆਂ ਦੀ ਗੁਲਾਮ ਬਿਰਤੀ ਸੀ ਉਹਨੂੰ ਕੱਢ ਕੇ ਅਣਖ ਤੇ ਸਵੈਮਾਨ ਦੀ ਮਹਾਰਾਜ ਨੇ ਗੁੜਤੀ ਦਿੱਤੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਮੀਰੀ ਪੀਰੀ ਦੀਆਂ ਦੋ ਤਲਵਾਰਾਂ ਸਜਾਈਆਂ। ਮੀਰੀ ਤੇ ਪੀਰੀ ਦੀਆਂ ਤੇਗਾਂ ਧਾਰਨ ਕਰਨ ਦਾ ਇਹ ਮਹਾਰਾਜ ਦਾ ਸੰਦੇਸ਼ ਸੀ ਕਿ ਇੱਕ ਤੇ ਲੈ ਪੀਰਨ ਕੀ ਪੀਰੀ, ਇੱਕ ਤੇ ਲੈ ਮੀਰਨ ਕੀ ਮੀਰੀ। ਪੀਰਾਂ ਦੀ ਪੀਰੀ ਵੀ ਲੈ ਲਈ ਤੇ ਮੀਰਾਂ ਦੀ ਮੀਰੀ ਵੀ ਲੈ ਲਈ। ਆਪਣੇ ਸਿੱਖਾਂ ਨੂੰ ਬਹਾਦਰ ਯੋਧੇ ਜੰਗਜੂ ਜਰਨੈਲ ਬਣਾ ਦਿੱਤਾ, ਨਿਰਭੈ ਤੇ ਨਿਡਰ ਬਣਾ ਦਿੱਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਕੌਤਕ ਕੀਤੇ ਉਹ ਸੰਸਾਰ ਦੇ ਵਿੱਚ ਬੜੇ ਲਾਸ਼ਾਨੀ ਹਨ। ਬੜੇ ਬੜੇ ਮਹਾਤਮਾ ਮਹਾਂਪੁਰਸ਼ ਉਹਨਾਂ ਤੋਂ ਵਰਸਾਏ ਗਏ। ਇੱਕ ਦੋ ਬਚਨ ਦਾਸ ਉਹਨਾਂ ਦੇ ਬਾਰੇ ਸਾਂਝੇ ਕਰੇ ਕਿ ਸਾਈਂ ਮੀਆਂ ਮੀਰ ਜੀ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸੰਗ ਵੀ ਮਾਣਿਆ ਹੈ ਔਰ ਮੁਸਲਮਾਨੀ ਜਗਤ ਵਿੱਚ ਇੱਕ ਬੜੀ ਮਹਾਨ ਪਵਿੱਤਰ ਆਤਮਾ ਹੋਏ ਨੇ।
बड़ी कमाई वाले महापुरुष होए ने। ਤੇ ਲਾਹੌਰ ਦੇ ਵਿੱਚ ਉਹਨਾਂ ਦਾ ਤਕੀਆ ਸੀ। ਆਪਾਂ ਡੇਰਾ ਕਹਿ ਦਿੰਦੇ ਹਾਂ, ਮੁਸਲਮਾਨਾਂ ਦੇ ਫਕੀਰਾਂ ਵਿੱਚ ਤਕੀਆ ਕਹਿੰਦੇ ਨੇ। ਲਾਹੌਰ ਦੇ ਤਕੀਏ ਵਿੱਚ ਸਾਈਂ ਮੀਆਂ ਮੀਰ ਜੀ ਬਿਰਧ ਅਵਸਥਾ 'ਚ ਬਿਰਾਜਮਾਨ ਹਨ। ਤੇ ਲਾਹੌਰ ਦੇ ਲਾਗੇ ਮੁਜੰਗਾ ਪਿੰਡ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਛਾਉਣੀ ਪਾਈ ਬੈਠੇ ਹਨ। ਸਾਈਂ ਜੀ ਦੇ ਮਨ ਵਿੱਚ ਖਿਆਲ ਆਇਆ ਕਿ ਚੱਲ ਮਨਾ ਸਤਿਗੁਰਾਂ ਦੇ ਦਰਸ਼ਨ ਕਰਕੇ ਆਈਏ, ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਆਈਏ। ਕਹਿੰਦੇ ਸਾਈਂ ਮੀਆਂ ਮੀਰ ਜੀ ਆਪਣੇ 2 ਮੁਰੀਦਾਂ ਨੂੰ ਲੈ ਕੇ ਆਪਣੇ ਤਕੀਏ ਤੋਂ ਪੈਦਲ ਚੱਲ ਪਏ। ਲਗਭਗ 5-6 ਕਿਲੋਮੀਟਰ ਚੱਲ ਕੇ ਜਾਣਾ ਪੈਂਦਾ ਸੀ ਤੇ ਸਾਈਂ ਜੀ ਪੈਦਲ ਹੀ ਜਾਇਆ ਕਰਦੇ ਸਨ। ਜਦੋਂ ਸਾਈਂ ਜੀ ਆਪਣੇ ਡੇਰੇ ਤੋਂ ਨਿਕਲੇ, ਉਧਰ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਗਰੀਬ ਨਵਾਜ ਜਾਣੀ ਜਾਣ ਆਪ ਘੋੜੇ ਤੇ ਸਵਾਰ ਹੋ ਕੇ ਸਾਈਂ ਜੀ ਨੂੰ ਮਿਲਣ ਲਈ ਚੱਲ ਪਏ। ਭਾਈ ਗੁਰਦਾਸ ਜੀ ਨੇ ਲਿਖਿਆ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜੇ ਸਿੱਖ ਗੁਰੂ ਦੇ ਚਰਨਾਂ ਵੱਲ ਇੱਕ ਕਦਮ ਪੁੱਟ ਕੇ ਜਾਂਦਾ ਹੈ ਤੇ ਗੁਰੂ ਸੈਂਕੜੇ ਕਰੋੜਾਂ ਕਦਮ ਅੱਗੇ ਜਾਂਦਾ ਹੈ। ਜਦੋਂ ਬਾਜ਼ਾਰ ਲਾਹੌਰ ਦੇ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਘੋੜੇ ਤੇ ਚੜ੍ਹੇ ਆਉਂਦੇ ਨਜ਼ਰ ਆਏ ਤੇ ਸਾਈਂ ਮੀਆਂ ਮੀਰ ਦਰਸ਼ਨ ਕਰਕੇ ਨਿਹਾਲ ਹੋ ਗਏ। ਜਾ ਕੇ ਸਤਿਗੁਰੂ ਜੀ ਦੇ ਚਰਨਾਂ ਦੀ ਜਿਹੜੀ ਰਕਾਬ ਸੀ ਫੜ ਲਈ। ਮਹਾਰਾਜ ਘੋੜੇ ਤੋਂ ਉਤਰਨ ਲੱਗੇ ਤੇ ਸਾਈਂ ਜੀ ਕਹਿੰਦੇ, ਸੱਚੇ ਪਾਤਸ਼ਾਹ ਘੋੜੇ ਤੋਂ ਉਤਰੋ ਨਾ, ਇਸੇ ਤਰ੍ਹਾਂ ਚੜ੍ਹੇ ਚੜ੍ਹਾਏ ਮੇਰੇ ਡੇਰੇ ਚੱਲੋ। ਤੇ ਸਾਈਂ ਜੀ ਨੇ ਰਕਾਬ ਫੜੀ ਤੇ ਮਹਾਰਾਜ ਦਾ ਘੋੜਾ ਆਪਣੇ ਡੇਰੇ ਵਿੱਚ ਲੈ ਆਏ। ਜਦੋਂ ਆਪਣੇ ਡੇਰੇ ਵਿੱਚ ਲਿਆ ਕੇ ਆਪਣੇ ਤੋਂ ਉੱਚੀ ਥਾਂ ਤੇ ਬਿਠਾਇਆ, ਲਗਭਗ 1.5 ਘੰਟਾ ਬਹਿ ਕੇ ਉਸ ਪਰਮਾਤਮਾ ਦੀਆਂ, ਵਾਹਿਗੁਰੂ ਦੀਆਂ, ਰੱਬ ਦੀਆਂ ਗੱਲਾਂ ਕੀਤੀਆਂ। ਕਿਉਂਕਿ ਅਸੀਂ ਲੋਕ ਜਦੋਂ ਆਪਸ 'ਚ ਬੈਠਦੇ ਹਾਂ, ਜਿੱਦਾਂ ਦੀ ਸਾਡੀ ਬਿਰਤੀ ਹੁੰਦੀ ਆ ਉੱਦਾਂ ਦੀਆਂ ਗੱਲਾਂ ਕਰਦੇ ਹਾਂ। ਰਾਜਨੀਤਿਕ ਲੋਕ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ, ਵਪਾਰੀ ਲੋਕ ਵਪਾਰ ਦੀਆਂ ਗੱਲਾਂ ਕਰਦੇ ਨੇ। ਜਿੱਦਾਂ ਦੀ ਕਿਸੇ ਦੀ ਬਿਰਤੀ ਹੁੰਦੀ ਹੈ, ਅਸੀਂ ਕਹਿੰਦੇ ਸੁਣਾਓ ਜੀ ਨਵੀਂ ਤਾਜ਼ੀ ਗੱਪ ਛੱਪ। ਪਰ ਜਦੋਂ ਰੱਬ ਦੇ ਪਿਆਰੇ ਮਿਲਦੇ ਨੇ, ਉਹ ਇਹ ਗੱਪਾਂ ਨਹੀਂ ਮਾਰਦੇ, ਉਹ ਰੱਬ ਦੀਆਂ ਗੱਲਾਂ ਕਰਦੇ ਨੇ। ਗੱਲਾਂ ਸਿਰਜਣਹਾਰ, ਉਹ ਸਿਰਜਣਹਾਰ ਦੀਆਂ ਗੱਲਾਂ ਕਰਦੇ ਨੇ। ਸਾਈਂ ਜੀ ਗੁਰੂ ਸਾਹਿਬ ਦੇ ਬਚਨ ਸੁਣਦੇ ਰਹੇ, ਗੁਰੂ ਸਾਹਿਬ ਸਾਈਂ ਜੀ ਦੇ ਬਚਨ ਸੁਣਦੇ ਰਹੇ। ਇਹ ਰੂਹਾਨੀਅਤ ਦੀਆਂ, ਆਤਮਿਕ ਮੰਡਲ ਦੀਆਂ ਗੱਲਾਂ, ਆਤਮਿਕ ਬਚਨ ਬਿਲਾਸ ਹੋਏ। ਸਾਈਂ ਮੀਆਂ ਮੀਰ ਜੀ ਨੂੰ ਮਿਲ ਕੇ ਗੁਰੂ ਸਾਹਿਬ ਜਦੋਂ ਜਾਣ ਲੱਗੇ ਤੇ ਸਾਈਂ ਜੀ ਫੇਰ ਗੁਰੂ ਸਾਹਿਬ ਨੂੰ ਕਿੰਨੀ ਦੂਰ ਘੋੜੇ ਤੇ ਚੜ੍ਹਾ ਕੇ ਨਾਲ ਪੈਦਲ ਤੁਰਦੇ ਗਏ ਤੋਰਨ ਵਾਸਤੇ। ਗੁਰੂ ਸਾਹਿਬ ਤਾਂ ਚਲੇ ਗਏ, ਪਰ ਸਾਈਂ ਮੀਆਂ ਮੀਰ ਜੀ ਦਾ ਇਹ ਕੌਤਕ ਵੇਖ ਕੇ ਕੁਝ ਮੁਤੱਸਬੀ ਮੁਸਲਮਾਨ, ਕੱਟੜ ਮੁਸਲਮਾਨ, ਉਹਨਾਂ ਨੇ ਸੋਚਿਆ ਕਿ ਸਾਈਂ ਮੀਆਂ ਮੀਰ ਜੀ ਨੇ ਸਾਡੀ ਨੱਕ ਕੱਟ ਦਿੱਤੀ ਹੈ। ਇੱਕ ਮੁਸਲਮਾਨਾਂ ਦਾ ਪੀਰ ਹੋਵੇ ਔਰ ਬਜ਼ੁਰਗ ਹੋਵੇ, ਹਿੰਦੂਆਂ ਦੇ ਪੀਰ ਨੂੰ ਇੰਨਾ ਸਤਿਕਾਰ ਦੇਵੇ, ਲੈ ਕੇ ਆਵੇ, ਫਿਰ ਛੱਡਣ ਜਾਵੇ, ਫਿਰ ਆਪ ਪੈਦਲ ਤੁਰੇ ਤੇ ਉਹਨਾਂ ਦਾ ਨੌਜਵਾਨ ਗੁਰੂ ਘੋੜੇ ਤੇ ਹੋਵੇ। ਇਹ ਸਾਡੀ ਬੇਇੱਜ਼ਤੀ ਵਾਲਾ ਸਵਾਲ ਹੈ। ਉਹਨਾਂ ਨੇ ਆਪ ਤਾਂ ਸਾਈਂ ਜੀ ਨੂੰ ਪੁੱਛਣ ਦੀ ਜੁਰਤ ਨਹੀਂ ਕੀਤੀ। ਸ਼ਾਹਜਹਾਨ ਬਾਦਸ਼ਾਹ ਲਾਹੌਰ ਆਇਆ ਹੋਇਆ ਸੀ, ਉਹਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਸਲਾਮਤ, ਤੁਸੀਂ ਸਾਈਂ ਮੀਆਂ ਮੀਰ ਜੀ ਕੋਲ ਜਾਂਦੇ ਹੋ, ਸਾਈਂ ਜੀ ਨੂੰ ਮਿਲਦੇ ਹੋ, ਸਾਈਂ ਜੀ ਨੂੰ ਪੁੱਛੋ ਬਈ ਤੁਸੀਂ ਮੁਸਲਮਾਨਾਂ ਦੇ ਐਡੇ ਵੱਡੇ ਪੀਰ ਹੋ ਕੇ, ਬਜ਼ੁਰਗ ਹੋ ਕੇ, ਹਿੰਦੂਆਂ ਦੇ ਪੀਰ ਜਿਨ੍ਹਾਂ ਦੀ ਉਮਰ ਵੀ ਅਜੇ ਛੋਟੀ ਹੈ, ਨੌਜਵਾਨ ਹਨ, ਉਹਨਾਂ ਨੂੰ ਐਨੇ ਸਤਿਕਾਰ ਨਾਲ ਲੈ ਕੇ ਆਏ ਹੋ, ਘੋੜੇ ਤੇ ਉਹਨਾਂ ਦੀ ਰਕਾਬ ਫੜ ਕੇ ਲਿਆਏ ਹੋ, ਕਾਫਰਾਂ ਦਾ ਇੰਨਾ ਸਤਿਕਾਰ ਕੀਤਾ। ਕਿਉਂਕਿ ਜਿਹੜੇ ਬਹੁਤੇ ਕੱਟੜ ਮੁਸਲਮਾਨ ਨੇ, ਉਹ ਸਾਧ ਸੰਗਤ ਜੀ ਦੂਸਰੇ ਕਿਸੇ ਧਰਮ ਨੂੰ ਬਰਦਾਸ਼ਤ ਨਹੀਂ ਕਰਦੇ। ਉਹ ਕਹਿੰਦੇ ਕਾਫਰ ਨੇ, ਅਸੀਂ ਸਿਰਫ ਮੋਮਨ ਹਾਂ। ਪਰ ਇਹ ਤਾਂ ਪਰਮੇਸ਼ਰ ਨੂੰ ਪਤਾ ਹੈ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜ ਯਾਰ ਮੂੰਹ ਕਾਲੇ ਦੋਜਕ ਚਾਲਿਆ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਕਿਸੇ ਦੀ ਜਾਤ ਨਹੀਂ ਵੇਖੀ ਜਾਣੀ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ, ਇਹ ਸਿੱਖ ਹੈ, ਈਸਾਈ ਹੈ। ਅੱਗੇ ਤਾਂ ਜੀਓ ਨਵੇਂ, ਜਿਨ੍ਹਾਂ ਦੀ ਰੂਹ ਪਵਿੱਤਰ ਹੋਵੇਗੀ, ਜਿਨ੍ਹਾਂ ਦਾ ਮਨ ਸਾਫ਼ ਹੋਵੇਗਾ, ਉਹਨਾਂ ਨੂੰ ਦਰਗਾਹ 'ਚ ਥਾਂ ਮਿਲਣੀ ਹੈ। ਪਰ ਕੱਟੜ ਲੋਕਾਂ ਦੀ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ। ਕਹਿਣ ਲੱਗੇ ਬਾਦਸ਼ਾਹ ਸਲਾਮਤ, ਤੁਸੀਂ ਪੁੱਛੋ। ਸਾਈਂ ਮੀਆਂ ਮੀਰ ਜੀ ਬਾਦਸ਼ਾਹ ਦੇ ਕੋਲ, ਬਾਦਸ਼ਾਹ ਜਦੋਂ ਆਉਂਦਾ ਸੀ ਲਾਹੌਰ
तो वो साईं जी को हफ्ते बाद जुमे की नमाज तो बाद आके बैठा करता सी। साईं जी के तकिए में आया, आके मत्था टेक के बह गया, दो चार इधर उधर दी गल्लां करके कहन लगा, साईं जी एक सवाल पूछना है। साईं जी कहते पुछो। कहते पुछना यह है, मैनू पता लगा भी हिंदुआं दा पीर आया सी ते तुसीं उहनूं अग्गों दी लैण गए सी, घोड़े दी रकाब फड़ के तुसीं लिआंदा, आपणे तो उच्ची थां ते बिठाया, तुसीं उहदे नाल ज्ञान गोष्ठ दीयां गल्लां करके उहनूं तोरन भी गए। मुसलमान दुखी हन, मुसलमानां दा मन वरूंदरिया गया, तुसीं साडी इज्जत हो, साडी पग हो तुसीं, ते तुसीं एक नौजवान गुरु नूं इन्ना सत्कार दे रहे हो जिहड़ा गैर धर्म दा है, मुसलमान नहीं है, उहनूं तुसीं दूसरे धर्म दे पीर नूं इन्ना सत्कार दिता है, साडी बेइज्जती बड़ी हुई है। वो मुसलमान पुछदे ने भी साईं जी तुसीं ऐसा क्यों कीता है? आखो सतनाम। साईं मियां मीर जी कहन लगे, बादशाह तेरा सवाल ते उन्हां लोकां दा सवाल साडी समझ विच आ गया है, जवाब सी देना, ये हुण पता नहीं तैनूं समझ आवे कि ना आवे। आखो श्री वाहिगुरू। जवाब असीं देंगे, सवाल तैनूं तेरे दा जवाब देंगे, पर तेरे सवाल दा जवाब तेरी समझ विच आवे ये जरूरी नहीं हुंदा। कई बारी लोग ना सवाल इदां पुछदे ने जिवें साध संगत जी वगावी इट मारनी हुंदी है। कथा दे विच भी बैठे हुंदे ने सुनन वास्ते, ते वो कथा सुन नहीं रहे होंदे, सवाल पाल रहे होंदे ने मन दे विच भी आ ज्ञानी जी कथा करके उठणगे, आपां उहनूं पुछांगे आ गल किवें है। ते कई बारी वो कहंदे असीं ज्ञानी जी नूं सवाल पुछिआ, उन्होंने जवाब ही नहीं आया, क्योंकि सवाल ही बेतुका हुंदा। ते जवाब जिहड़ा हुंदा वो हुण गहरा होवे ते वो फिर समझ नहीं आउंदा, ये भी गल है। सवाल दा जवाब लैण वास्ते भी अपने कोल ओहदी पकड़ होनी चाहिदी है बादशाह, तेरे दिमाग विच पकड़ पवे कि ना पवे ये असीं गारंटी नहीं लैंदे, जवाब असीं तैनूं दिंदे आ। सुन, असीं जिन्ने भी रब दे बंदे हाँ, फकीर हाँ, हिंदू मुसलमान ईसाई कोई भी होवे, धर्म की कोई गल नहीं है। उत्थे गल पहुँचती है अगे जियो नवें भाव, जिन्हां दे हिरदे नवें हन, पवित्र हन, साफ हन, निर्मल हन। उत्थे जिहड़े रब दे दरगाह विच परमात्मा दे दरबार च असीं जाने आ, जदों साडी सुरत दी उडारी वजदी है, सचखंड वसै निरंकार, कर कर वेखै नदर निहाल, तिथै खंड मंडल वर भंड, जे को कथै तां अंत ना अंत। बेअंत बड़ा पसारा है उस दरबार दा, किद्दां दसां मैं तैनूं दस नहीं सकदा। उत्थे नूर दा दरवाजा है, जदों दरवाजा खुलदा ते अंदर नूर ही नूर हुंदा है, नूर ही नूर हुंदा है। अपनी दस्तक देने आ, अपनी अर्जी, अपनी फरियाद, अपनी एप्लीकेशन लैके जाने उस परमात्मा के चरणों च भी आ साडा मसला है, आ अल्लाह, आ खुदा वाहिगुरू परमात्मा साडा यह मसला हल कर। जदों वो दरवाजा खुलदा तो उस नूरी दरवाजे चों कोई शख्सियत बाहर आउंदी है, कोई महात्मा, कोई महापुरुष, कोई व्यक्ति रूप विच आउंदे ने। वो साडी बेनती, साडी अरदास, साडी एप्लीकेशन लै लेंदे ने। वो अंदर जाके उहदा मसला सानू लिया के दस देंदे ने भी आह गल तुहाडी बई इदां, आह हुक्म है तुहाडे वास्ते, आह तुहाडा मसला हल है। वो जिहड़ी शख्सियत है, वो जिहड़ी हस्ती है, वो जिहड़ा वजूद है, जिहड़ा अल्लाह दे दरबार च सानू दिसदा, उहदा नाम श्री गुरु हरगोबिंद साहब है। आखो सतनाम। हुण ये नहीं पता तेरी समझ आई कि नहीं आई, पर सानू अल्लाह नहीं दिसदा, सानू तां गुरु हरगोबिंद साहब दिसदे ने। वो अल्लाह ने जां वो अल्लाह दे बंदे ने, ये तू अंदाजा ला लई, पर साडा काम उन्हां कोल ही बनदा है। साडे लई अल्लाह उही ने, साडे लई अल्लाह उही ने। साध संगत जी सच्चाई है, रब अज ताईं किसी ने नहीं देखा, गुरु दे राह ही दिसदा है, गुरु दिसदा है ते रब दिसदा। इस करके गुर परमेश्वर एक हो जान, गुरबाणी कहती है गुरु ते परमेश्वर एक ही हुंदे ने, दो नहीं हुंदे।
ਜਿਹੜਾ ਗੁਰੂ ਤੇ ਪਰਮੇਸ਼ਰ ਨੂੰ ਦੋ ਸਮਝਦਾ ਉਹ ਗੁਰੂ ਦੀ ਬਾਣੀ ਨੂੰ ਬਿਲਕੁਲ ਨਹੀਂ ਸਮਝ ਸਕਦਾ। ਪਾਰ ਬ੍ਰਹਮ ਗੁਰ ਨਾਹੀ ਭੇਦ, ਪਾਰਬ੍ਰਹਮ ਤੇ ਗੁਰੂ 'ਚ ਕੋਈ ਭੇਦ ਨਹੀਂ। ਗੁਰੂ ਉਸ ਪਰਮਾਤਮਾ ਦਾ ਪ੍ਰਤੱਖ ਰੂਪ ਹੈ ਜਿਸ ਨੂੰ ਸਾਡੀ ਅੱਖ ਦੇਖ ਸਕਦੀ ਹੈ। ਪਰਮਾਤਮਾ ਨੂੰ ਇਹ ਅੱਖਾਂ ਨਹੀਂ ਦੇਖ ਸਕਦੀਆਂ, ਪਰ ਗੁਰੂ ਦੇ ਦਰਸ਼ਨ ਇਹਨਾਂ ਅੱਖਾਂ ਰਾਹੀਂ ਹੁੰਦੇ ਨੇ। ਇਹ ਅੱਖਾਂ ਪਵਿੱਤਰ ਹੋ ਜਾਂਦੀਆਂ ਨੇ ਜਦੋਂ ਗੁਰੂ ਦੇ ਦਰਸ਼ਨ ਕਰੀਦੇ ਨੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਐਸੀ ਸ਼ਖਸੀਅਤ ਹੈ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਉਹਨਾਂ ਨੇ ਜਦੋਂ ਜੋਤੀ ਜੋਤ ਸਮਾਨ ਦਾ ਕੌਤਕ ਕੀਤਾ, ਸ੍ਰੀ ਖੰਡੂਰ ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਆਪ ਜੀ ਦੇ ਪੰਜ ਪੁੱਤਰ ਸਨ। ਵੱਡੇ ਬਾਬਾ ਗੁਰਦਿੱਤਾ, ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਪਰ ਉਹ ਆਪਣੇ ਪਿਤਾ ਗੁਰਦੇਵ ਦੇ ਸਾਹਮਣੇ ਹੀ ਜੋਤੀ ਜੋਤ ਸਮਾ ਗਏ ਸਨ। ਦੂਜੇ ਬਾਬਾ ਸੂਰਜਮਲ ਜੀ ਸਨ, ਜੋ ਪ੍ਰਬੰਧਕੀ ਢਾਂਚਾ ਸੰਭਾਲਦੇ ਸਨ, ਗੁਰੂ ਘਰ ਦੀ ਮੈਨੇਜਮੈਂਟ, ਲੰਗਰ ਦੇ ਪ੍ਰਬੰਧ, ਸੇਵਾ। ਗੁਰਤਾ ਗੱਦੀ ਦਾ ਦਾਅਵਾ ਕਦੀ ਨਹੀਂ ਸੀ ਕਰਦੇ। ਉਹ ਸੰਸਾਰੀ ਬਿਰਤੀ ਵਿੱਚ ਰਹਿੰਦੇ ਸਨ। ਆ ਨਾਮ ਬਾਣੀ ਜਪਣਾ, ਆਪਣੇ ਕਾਰੋਬਾਰ ਕਰਨੇ, ਪਰ ਗੁਰਤਾ ਗੱਦੀ ਦਾ ਖਿਆਲ ਨਾ ਉਹਨਾਂ ਦੇ ਮਨ ਵਿੱਚ ਸੀ ਤੇ ਨਾ ਗੁਰੂ ਸਾਹਿਬ ਜੀ ਉਹਨਾਂ ਨੂੰ ਗੁਰਤਾ ਗੱਦੀ ਦੇਣੀ ਸੀ। ਤੀਜੇ ਬਾਬਾ ਅਣੀ ਰਾਏ ਸਨ, ਜੋ ਬਿਲਕੁਲ ਮਸਤਾਨੀ ਅਵਸਥਾ 'ਚ ਰਹਿੰਦੇ ਸਨ, ਸੰਸਾਰ ਦਾ ਖਿਆਲ ਨਹੀਂ ਸੀ ਰੱਖਦੇ। ਚੌਥੇ ਬਾਬਾ ਅਟਲ ਰਾਏ ਜੀ ਸਨ, ਜਿਹੜੇ 9 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਚੁੱਕੇ ਸਨ। ਪੰਜਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ, ਜਿਨ੍ਹਾਂ ਨੇ 9ਵੀਂ ਥਾਂ ਤੇ ਗੱਦੀ ਤੇ ਆਉਣਾ ਸੀ। ਇਸ ਕਰਕੇ ਅਜੇ ਉਹਨਾਂ ਦਾ ਗੁਰਤਾ ਗੱਦੀ ਤੇ ਬੈਠਣ ਦਾ ਸਮਾਂ ਨਹੀਂ ਸੀ ਆਇਆ। ਆਪਣੇ ਵੱਡੇ ਪੋਤਰੇ ਬਾਬਾ ਧੀਰਮਲ ਵੱਲ ਵੇਖਿਆ ਸੀ, ਜਿਹੜਾ ਗੁਰੂ ਦੇ ਕਹਿਣੇ ਤੋਂ ਬਾਹਰ ਸੀ। ਬਾਬਾ ਗੁਰਦਿੱਤਾ ਜੀ ਦੇ 2 ਪੁੱਤਰ ਸਨ, ਬਾਬਾ ਧੀਰਮਲ ਜੀ ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ। ਛੋਟੇ ਪੋਤਰੇ ਜਿਨ੍ਹਾਂ ਦੀ ਉਮਰ ਉਸ ਵੇਲੇ 14 ਸਾਲ ਦੀ ਸੀ, ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਉਹਨਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਾਇਆ। ਗੁਰੂ ਘਰ ਦੀ ਸਾਰੀ ਮਰਜ਼ਾਦਾ ਸਮਝਾਈ, ਸਾਰੀਆਂ ਪਾਵਰਾਂ, ਸਾਰੀਆਂ ਸ਼ਕਤੀਆਂ ਦਿੱਤੀਆਂ। ਆ ਗੁਰੂ ਨਾਨਕ ਦੀ ਗੱਦੀ ਤੇ 7ਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਬੈਠੇ। ਭਾਈ ਭਾਨਾ ਜੀ ਦੇ ਹੱਥੋਂ ਗੁਰਿਆਈ ਦਾ ਤਿਲਕ ਉਹਨਾਂ ਦੇ ਮੱਥੇ ਤੇ ਲਗਾਇਆ ਗਿਆ। ਕੀਰਤਪੁਰ ਸਾਹਿਬ ਵਿਖੇ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਕਿਹਾ, ਭਾਈ ਹੁਣ ਸਾਡਾ ਸੱਚਖੰਡ ਜਾਣ ਦਾ ਸਮਾਂ ਆ ਗਿਆ ਹੈ। ਜਿੱਥੇ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ, ਉੱਥੇ ਇੱਕ ਕਮਰਾ ਤਿਆਰ ਕਰਾਇਆ ਗਿਆ। ਉਸ ਕਮਰੇ ਦੀਆਂ ਕੰਧਾਂ ਨੂੰ ਬੜੇ ਸੁੰਦਰ ਚੰਦਨ ਕੇਸਰ ਦੇ ਨਾਲ ਲੇਪ ਕਰਕੇ, ਬੜੀ ਸੁਗੰਧੀ ਦੇ ਨਾਲ ਤਿਆਰ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਆਸਣ ਲਵਾਇਆ ਗਿਆ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਭਾਈ ਭਾਨਾ, ਭਾਈ ਜੋਧ ਵਰਗੇ ਸਿੱਖਾਂ ਨੂੰ ਬੁਲਾ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਕਹਿਣ ਲੱਗੇ, ਅਸੀਂ ਇਸ ਕਮਰੇ 'ਚ ਪ੍ਰਵੇਸ਼ ਕਰਨ ਲੱਗੇ ਹਾਂ। ਅੱਜ ਤੋਂ 7ਵੇਂ ਦਿਨ ਸਵੇਰੇ 4 ਵਜੇ ਅੰਦਰੋਂ ਕੁੰਡੀ ਖੁੱਲਣ ਦੀ ਆਪੇ ਆਵਾਜ਼ ਆਏਗੀ। ਉਹਨਾਂ ਚਿਰ ਆਲੇ ਦੁਆਲੇ ਸੰਗਤ ਬਹਿ ਕੇ ਭਜਨ ਕਰੋ, ਸਿਮਰਨ ਕਰੋ, ਪਰ ਕੋਈ ਬੋਲੇਗਾ ਨਹੀਂ, ਕੋਈ ਆਵਾਜ਼ ਨਹੀਂ ਆਏਗੀ। ਜਿਵੇਂ ਕਹਿੰਦੇ ਪਿੰਨ ਵੀ ਡਿੱਗੇ ਨਾ ਸੂਈ ਵੀ, ਤੇ ਉਹਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਇੰਨੀ ਸ਼ਾਂਤੀ ਨਾਲ ਇੱਥੇ ਭਜਨ ਕਰੋ। ਸਿੱਖਾਂ ਨੇ 7 ਦਿਨ ਉਸੇ ਤਰ੍ਹਾਂ ਹੀ ਕੀਤਾ। 7ਵੇਂ ਦਿਨ ਸਵੇਰੇ 4 ਵਜੇ ਅੰਦਰੋਂ ਕੁੰਡੀ ਦੇ ਖੜਕਣ ਦੀ ਆਵਾਜ਼ ਆਈ, ਕੁੰਡੀ ਖੁੱਲਣ ਦੀ ਆਵਾਜ਼ ਆਈ। ਸ੍ਰੀ ਗੁਰੂ ਹਰਿਰਾਏ ਸਾਹਿਬ ਤੇ ਭਾਈ ਭਾਨਾ ਜੀ ਨੇ ਦਰਵਾਜ਼ੇ ਤੇ ਮੱਥਾ ਟੇਕ ਕੇ ਅਰਦਾਸ ਕਰਕੇ ਜਿਉਂ ਹੀ ਤਖਤੇ ਨੂੰ ਖੋਲ੍ਹਿਆ ਤਾਂ ਕੀ ਦੇਖਦੇ ਨੇ ਕਿ ਪਿਛਲੇ ਪਾਸੇ ਕੰਧ ਦੇ ਨਾਲ ਢੋਲ ਆ ਕੇ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਮਹਾਂਬਲੀ ਸਤਿਗੁਰੂ ਬੈਠੇ ਹੋਏ ਨੇ। ਚੌਂਕੜੇ ਦੇ ਵਿੱਚ ਪਦਮਾਸਨ ਲੱਗਾ ਹੋਇਆ ਹੈ। ਜਾ ਕੇ ਮੱਥਾ ਟੇਕਿਆ। ਭਾਈ ਭਾਨਾ ਜੀ ਨੇ ਨਬਜ ਵੇਖੀ, ਸਵਾਸ ਵੇਖੇ, ਸੰਪੂਰਨ ਹੋ ਚੁੱਕੇ ਸਨ, ਪਰ ਚਿਹਰਾ ਦਗਦਗ ਕਰਦਾ ਸੀ। ਸੂਰਜ ਕਿਰਨ ਮਿਲਿਆ, ਜਲ ਕਾ ਜਲ ਹੁਆ ਰਾਮ। ਸੰਗਤਾਂ ਨੇ ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਦਾ ਵਿਮਾਨ ਸਜਾ ਕੇ ਨਗਰ ਵਿੱਚ ਸੰਗਤਾਂ ਨੂੰ ਦਰਸ਼ਨ ਕਰਾ ਕੇ ਵਾਪਸ ਉਸੇ ਜਗ੍ਹਾ ਤੇ ਲਿਆ ਕੇ ਮਹਾਰਾਜ ਦਾ ਸੰਸਕਾਰ ਕੀਤਾ, ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਕਹਿੰਦੇ ਆ। ਉੱਥੇ ਸੱਚੇ ਪਾਤਸ਼ਾਹ 7 ਦਿਨ ਉਸ ਕਮਰੇ 'ਚ ਰਹਿ ਕੇ ਭਜਨ ਕਰਦੇ ਹੋਏ ਬ੍ਰਹਮਲੀਨ ਹੋ ਗਏ ਸਨ। ਸੋ ਅੱਜ ਉਹਨਾਂ ਦਾ ਜੋਤੀ ਜੋਤ ਸਮਾਨ ਦਾ ਦਿਹਾੜਾ ਵੀ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਨ ਦੇ ਸੰਬੰਧ ਵਿੱਚ ਇੱਕ ਗੁਰਬਾਣੀ ਦੇ ਪਾਵਨ ਸ਼ਬਦ ਦੀ ਕਥਾ ਵੀ ਸਰਵਣ ਕਰੀਏ,
फिर समाप्ति करांगे। मन बिरतियां एकाग्र करके गुरु प्यारे आखिए सतनाम श्री वाहे गुरु साहिब जी, सतनाम श्री वाहे गुरु साहिब जी। सतनाम श्री वाहिगुरु साहिब जी। सूरज किरण मिले जल का जल हुआ राम। जिवें सूरज दीयां किरणां सूरज दे विचों प्रगट हो के सूरज दे विच ही लीन हो जांदियां हन। आखो सतनाम श्री वाहिगुरू। जदों सूरज चढ़दा है सवेरे ते सूरज दीयां किरणां सूरज चों निकल के आउंदियां ने, इस धरती ते प्रकाश करदियां ने, धुप दिंदियां ने, सेक दिंदियां ने, एनर्जी दिंदियां ने। सारा दिन उस किरणां लगातार प्रकाश ही प्रकाश करदियां होइयां जदों शाम नूं सूरज ढलदा है, सूरज छिपदा है, ਉਹ सूरज ਦੀਆਂ किरणां कित्थे ਜਾਂਦੀਆਂ ਨੇ? ਉਸੇ सूरज ਦੇ ਵਿੱਚ ਹੀ ਲੀਨ ਹੋ ਜਾਂਦੀਆਂ ਨੇ। ਉਹ सूरज ਦੇ ਵਿੱਚੋਂ ਪੈਦਾ ਹੋਣ ਤੋਂ ਬਾਅਦ ਵੀ ਉਹ सूरज ਦਾ ਹੀ ਅੰਗ ਹੁੰਦੀਆਂ ਨੇ। ਆਖੋ ਸਤਨਾਮ ਸ੍ਰੀ। सूरज ਦੇ ਵਿੱਚੋਂ ਪ੍ਰਗਟ ਹੋ ਕੇ ਕਿਆ ਉਹ सूरज ਤੋਂ ਵੱਖਰੀਆਂ ਹੋ ਜਾਂਦੀਆਂ ਨੇ? ਨਹੀਂ ਨਾ, ਉਦੋਂ ਵੀ सूरज ਹੀ ਹੁੰਦਾ। ਤੇ ਜਦੋਂ सूरज ਛਿਪਦਾ सूरज ਵਿੱਚ ਲੀਨ ਹੋ ਜਾਂਦੀਆਂ ਨੇ, ਕਿਆ ਉਹ सूरज ਤੋਂ ਉਦੋਂ ਵੱਖਰੀਆਂ ਹੁੰਦੀਆਂ ਨੇ? ਉਦੋਂ ਵੀ सूरज ਦੇ ਵਿੱਚ ਹੀ ਸਮਾਉਂਦੀਆਂ ਨੇ। ਜਲ ਦੀਆਂ ਤਰੰਗਾਂ ਲਹਿਰਾਂ ਵੇਵਸ ਨਿਕਲਦੀਆਂ ਨੇ ਪਾਣੀ ਦੇ ਵਿੱਚੋਂ। ਉਹ ਜਿਹੜੀਆਂ ਪਾਣੀ ਦੀਆਂ ਲਹਿਰਾਂ ਇੱਦਾਂ 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 ਕਰਦੀਆਂ ਨੇ ਸਮੁੰਦਰ ਦੇ ਵਿੱਚ, ਨਦੀ ਦੇ ਵਿੱਚ, ਨਹਿਰ ਦੇ ਵਿੱਚ ਟਿਕਿਆ ਹੋਵੇ ਪਾਣੀ ਤਾਂ ਵੀ ਪਾਣੀ ਹੈ। ਤੇ ਜੇ ਹਿੱਲ ਜਾਵੇ, ਲਹਿਰਾਂ ਬਣ ਜਾਵੇ, ਤਰੰਗਾਂ ਬਣ ਜਾਵੇ ਤਾਂ ਕੀ ਉਹ ਤਾਂ ਵੀ ਪਾਣੀ ਹੈ। ਤੇ ਜੇ ਉਹ ਫਿਰ ਸ਼ਾਂਤ ਹੋ ਜਾਵੇ ਤੇ ਤਾਂ ਵੀ ਪਾਣੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਕਬਹੂ ਸਾਧ ਸੰਗਤਿਓ ਪਾਵੈ, ਉਸ ਅਸਥਾਨ ਤੇ ਬੌਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ। ਜਿਉ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਉਹ ਸੂਰਜ ਦੀਆਂ ਕਿਰਨਾਂ ਜੋ ਸੂਰਜ ਵਿੱਚੋਂ ਨਿਕਲ ਕੇ ਸੂਰਜ ਦਾ ਰੂਪ ਹੋ ਕੇ ਰਹਿੰਦੀਆਂ ਨੇ ਤੇ ਸੂਰਜ ਵਿੱਚ ਲੀਨ ਹੋ ਜਾਂਦੀਆਂ ਨੇ। ਸਦਾ ਹੀ ਪ੍ਰਕਾਸ਼ ਹੀ ਤੇਜ ਹੀ ਰਹਿੰਦਾ ਸੂਰਜ ਦਾ। ਕਹਿੰਦੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਪਰਮੇਸ਼ਰ ਸਦਾ ਹੀ ਹੈ। ਵਾਹਿਗੁਰੂ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹਦੇ ਵਿੱਚੋਂ ਮਹਾਂਪੁਰਸ਼ ਪਰਮਾਤਮਾ ਦਾ ਰੂਪ ਗੁਰੂ ਰੂਪ ਹੋ ਕੇ ਆਉਂਦੇ ਨੇ, ਸੰਸਾਰ ਨੂੰ ਦਰਸ਼ਨ ਦਿੰਦੇ ਨੇ। ਤਪਦੇ ਬਲਦੇ ਸੜਦੇ ਕੁੜਦੇ ਲੋਕਾਂ ਦੇ ਤਪਦੇ ਹਿਰਦਿਆਂ ਨੂੰ ਠੰਡ ਪਾਉਂਦੇ ਨੇ ਤੇ ਫਿਰ ਉਸੇ ਬ੍ਰਹਮ ਵਿੱਚ ਲੀਨ ਹੋ ਜਾਂਦੇ ਨੇ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ। ਕਹਿੰਦੇ ਪਾਣੀ ਫਿਰ ਪਾਣੀ ਹੈ। ਅਗਨੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਸਵਈਆ ਹੈ। जैसे एक नद ते तरंग कोट उपजत हैं, पान के तरंग सब है पान ही कहाएंगे। कहते एक नदी विचों, दरिया विचों, समुंदर विचों करोड़ां लहरां उठदियां ने। वो सारियां लहरां पानी कहांदियां ने। बाद विच जदों समुंदर ठंडा शांत होकर टिक जाता उदों भी पानी कहांदियां ने। जैसे एक आग ते कनूका कोट आग उठै, न्यारे न्यारे होए कै फिर आग में मिलाएंगे। अग बलदी है, अग विचों किन्नियां लाटां निकलदियां ने, किन्नियां चंगियाड़ियां निकलदियां ने। अग एक सामान्य अग्नि हुंदी है, एक विशेष अग्नि हुंदी है। आखो सतनाम श्री। थोड़ा जिहा विशा गंभीर है, समझ लेना। सामान्य अग्नि आ जिथे तुसीं बैठे हो तुहाडे थल्ले कारपेट विच भी है, तुहाडे आले दुआले भी है। आ इट्टां लगियां ने, इहदे विच भी अग ने इट्टां बनाईयां ने। लकड़ी दे विच अग है। आ तुहाडे सामने लकड़ दा किन्ना समान पिया, इहदे विच अग है। पर तुसीं इस लकड़ी दे उत्ते रोटी नहीं पका सकदे। इस रोटी नूं पकाउण वास्ते इहनूं अग नूं प्रगट करना पैंदा। ਜਦੋਂ ਪ੍ਰਗਟ ਹੁੰਦੀ ਹੈ ਉਦੋਂ ਤਵਾ ਗਰਮ ਹੁੰਦਾ ਹੈ, ਉਦੋਂ ਪ੍ਰਸ਼ਾਦਾ ਪੱਕਦਾ ਹੈ, ਉਦੋਂ ਦਾਲ ਸਬਜ਼ੀ ਬਣਦੀ ਹੈ।
ਸਮਾਨਿ ਅਗਨੀ ਸਭ ਥਾਵਾਂ ਤੇ ਹੈ, ਸਮਾਨਿ ਅਗਨੀ ਸਭ ਥਾਵਾਂ ਤੇ ਹੈ, ਪਰ ਰੋਟੀ ਪਕਾਉਣ ਵਾਸਤੇ ਪ੍ਰਗਟ ਕਰਨੀ ਵਿਸ਼ੇਸ਼ ਅਗਨੀ ਹੁੰਦੀ ਹੈ, ਉਹਦੇ ਵਿੱਚੋਂ ਹੀ ਕੱਢਣੀ ਪੈਂਦੀ ਹੈ। ਪਰਮਾਤਮਾ ਸਾਰਿਆਂ ਦੇ ਵਿੱਚ ਹੈ, ਘਟ ਘਟ ਮੈਂ ਹਰ ਜੂ ਬਸੈ। ਮਹਾਰਾਜ ਕਹਿੰਦੇ ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸਭ ਥਾਵਾਂ ਤੇ ਹੈ, ਪਰ ਉਹ ਪਰਮਾਤਮਾ ਪ੍ਰਗਟ ਕਿੱਥੇ ਹੁੰਦਾ? ਕਿਸੇ ਪਰਮੇਸ਼ਰ ਦੇ ਪਿਆਰੇ ਸੰਤ ਭਗਤ ਗੁਰੂ ਦੇ ਰੂਪ ਵਿੱਚ, ਸੰਤਾਂ ਮਹਾਂਪੁਰਸ਼ਾਂ ਦੇ ਰੂਪ ਵਿੱਚ ਉਹ ਆ ਕੇ ਉਸ ਗੱਲ ਨੂੰ, ਉਸ ਨੂੰ ਅਗਨੀ ਨੂੰ ਪ੍ਰਗਟ ਕਰ ਦਿੰਦਾ। ਆਹ ਵੇਖੋ ਅਕਾਲ ਪੁਰਖ ਦੀ ਜੋਤ ਹੈ ਤਾਂ ਸਭ ਥਾਵਾਂ ਤੇ। ਜਿੱਥੇ ਤੁਸੀਂ ਬੈਠੇ ਹੋ ਥੱਲੇ ਪਾਣੀ ਹੈ, ਆਪਾਂ ਜਿੱਥੇ ਬੈਠੇ ਹਾਂ ਥੱਲੇ ਪਾਣੀ ਹੈ, ਪਰ ਸਾਡੀ ਪਿਆਸ ਨਹੀਂ ਬੁਝਾ ਸਕਦਾ। ਪਿਆਸ ਬੁਝਾਉਣ ਲਈ ਸਾਨੂੰ ਟਿਊਬਵੈੱਲ ਲਾਉਣਾ ਪਵੇਗਾ, ਖੂਹ ਪੱਟਣਾ ਪਵੇਗਾ, ਬੋਰ ਕਰਨਾ ਪਵੇਗਾ, ਫਿਰ ਉਹ ਪਾਣੀ ਨਿਕਲੇਗਾ। ਉਹ ਜਿਹੜਾ ਅੰਦਰ ਪਰਮਾਤਮਾ ਸਾਰਿਆਂ ਦੇ ਬੈਠਾ ਹੋਇਆ ਹੈ, ਘਟ ਘਟ ਮੈਂ ਹਰ ਜੂ ਬਸੈ, ਉਹਨੂੰ ਪ੍ਰਗਟ ਗਾਉਣ ਕਰਦੇ ਨੇ ਰੱਬ ਦੇ ਪਿਆਰੇ ਮਹਾਤਮਾ ਮਹਾਂਪੁਰਸ਼। ਗੁਰੂ ਨਾਨਕ ਦੇ ਰੂਪ ਵਿੱਚ ਆ ਕੇ, ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਆ ਕੇ, ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਆ ਕੇ ਉਹ ਕਹਿੰਦੇ ਨੇ, ਹੇ ਭਾਈ ਜੋ ਤੂੰ ਬਾਹਰ ਲੱਭਦਾ ਫਿਰਦਾ ਉਹ ਤੇਰੇ ਅੰਦਰ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੋ ਬਰਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਉਹ ਮਹਾਤਮਾ ਉਹ ਵਿਸ਼ੇਸ਼ ਅਗਨੀ ਪ੍ਰਗਟ ਕਰ ਦਿੰਦੇ ਨੇ, ਜਿਹੜੀ ਰੋਟੀ ਪਕਾਉਣ ਦੇ ਕੰਮ ਆਉਂਦੀ ਹੈ। ਲੱਕੜਾਂ ਪਈਆਂ ਨੇ ਪਰ ਅੱਗ ਬਲੀ ਨਹੀਂ, ਅੱਗ ਹੈ। ਆਖੋ ਸ੍ਰੀ ਵਾਹਿਗੁਰੂ। ਅੱਗ ਬਲੀ ਨਹੀਂ, ਅੱਗ ਹੈ। ਰੋਟੀਆਂ ਤਾਂ ਪੱਕਣਗੀਆਂ ਜਦੋਂ ਬਲੇਗੀ। ਪਰਮਾਤਮਾ ਸਭ ਦੇ ਅੰਦਰ ਹੈ, ਪ੍ਰਗਟ ਉਦੋਂ ਹੋਵੇਗਾ ਜਦੋਂ ਮਹਾਰਾਜ ਬਾਣੀ 'ਚ ਕਹਿੰਦੇ ਨੇ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਉਹਦੀ ਪ੍ਰਾਪਤੀ ਹੋਵੇਗੀ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ, ਉਹਦੇ ਵਿੱਚੋਂ ਇਹ ਸ਼ਕਤੀਆਂ ਆਈਆਂ ਜਿਨ੍ਹਾਂ ਨੂੰ ਅਸੀਂ 10 ਗੁਰੂ ਸਾਹਿਬਾਨ ਕਹਿੰਦੇ ਹਾਂ। ਇਹ ਕਿੱਥੋਂ ਆਏ ਨੇ? ਉਸ ਅਕਾਲ ਪੁਰਖ ਦਾ ਰੂਪ ਸੰਸਾਰ ਤੇ ਆਏ ਨੇ, ਆ ਕੇ ਸਾਨੂੰ ਉਹਦਾ ਪ੍ਰਕਾਸ਼ ਦਿੱਤਾ ਹੈ। ਉਸ ਪਰਮਾਤਮਾ ਦਾ ਨੂਰ ਸਾਡੇ ਹਿਰਦੇ 'ਚ ਪ੍ਰਗਟ ਕੀਤਾ ਹੈ, ਤੇ ਉਹ ਸੂਰਜ ਫਿਰ ਕਿਰਨਾਂ ਉਸੇ ਸੂਰਜ ਵਿੱਚ ਜਾ ਕੇ ਸਮਾ ਗਈਆਂ ਨੇ। जैसे एक आग ते कनूका कोट आग उठै, न्यारे न्यारे होए कै फिर आग में मिलाहेंगे। जैसे एक नद ते तरंग कोट उपजत हैं, पान के तरंग सब पान ही कहाएंगे। जैसे एक धूर ते अनेक धूर पूरत है, धूर के कनूका फिर धूर ही समाएंगे। नेरी आउंदी है, मिट्टी दे लखां करोड़ां कण उड़ के आसमान नूं चढ़दे ने, वापस कित्थे जाके टिकदे ने दसो? फिर मिट्टी जी आउंदे ने। तैसे विश्व रूप ते, वो विश्व रूप परमात्मा अकाल पुरख वाहिगुरु निरंकार ज्योति स्वरूप, तैसे विश्व रूप ते अभूत भूत प्रगट है। भूत अभूत, भूत कहते ने प्राणियां नूं जेड़े चेतन ने तुरदे फिरदे ने, अभूत जेड़े जड़ तत्त ने, ना हिल सकन ना जुल सकन, पए ने पत्थर वगैरह। ये जो कुछ भी जड़ चेतन पसारा है, मटीरियल है ते आत्मा है। जियो पिंड सब तेरा, जियो आत्मा, पिंड आ बाडी, पंजा तत्तां दी बनी हुई, ये तेरा, तेरा मैंने तू ही है। आखो श्री वाहिगुरू। आत्मा भी तू है ते शरीर भी तू है। तैसे विश्व रूप ते अभूत भूत प्रगट होए। चार हुंदे ने, कीता पसाओ, एको कुआओ, तिसते होए लख दरियाओ। वो प्रगट होए ताही ते उपज सब है, ताही मैं समाहेंगे। ਉਹਦੇ ਤੋਂ ਪੈਦਾ ਹੋ ਕੇ ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਮਹਾਰਾਜ ਕਹਿੰਦੇ ਸੂਰਜ ਕਿਰਨ ਮਿਲੈ, ਜਲ ਕਾ ਜਲ ਹੁਆ ਰਾਮ। ਹਾਂਜੀ, ज्योति ज्योत रली संपूर्ण थिया राम। ज्योति ज्योत रली, जोत जोत विच रल गई, आत्मा परमात्मा विच रल गई, संपूर्ण हो गया। ज्यों जल में जल आए खटाना, त्यों ज्योति संग जोत समाना। घड़ेरा पानी समुंदर च पा दिता, गंगा जाके समुंदर च रल गई। हुण तुसीं घड़ा वखरा करके विखाओ, वो पानी कढो, नहीं निकल सकता। इसे तरह सब ब्रह्म विच लीन हो जाते ने। महाराज कहते संपूर्ण हो जाता, अब ब्रह्म रूप हो जाता, अभेद हो जाता अकाल पुरख दे नाल। ब्रह्म
ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਉਹ ਅਵਸਥਾ ਦੇ ਵਿੱਚ ਪਤਾ ਲੱਗਦਾ ਬ੍ਰਹਮ ਦੀਸੈ, ਜੋ ਦਿਸਦਾ ਤੇਰਾ ਹੀ ਰੂਪ ਹੈ। ਉਹ ਭਾਈ ਕਨ੍ਹਈਏ ਦੀ ਤਰ੍ਹਾਂ ਹੋ ਜਾਂਦਾ, ਕਹਿੰਦਾ ਮੈਂ ਕਿਹਨੂੰ ਕਹਾਂ ਤੂੰ ਆਪਣਾ ਕਿ ਬੇਗਾਨਾ, ਤੂੰ ਘਟ ਘਟ 'ਚ ਬੈਠਾ ਹੋਇਆ। ਇਸ ਕਰਕੇ ਮੈਂ ਕਿਸੇ ਮੁਸਲਮਾਨ ਨੂੰ, ਕਿਸੇ ਹਿੰਦੂ ਨੂੰ, ਕਿਸੇ ਸਿੱਖ ਨੂੰ ਪਾਣੀ ਨਹੀਂ ਪਿਆ ਰਿਹਾ। ਕਲਗੀਧਰ ਪਾਤਸ਼ਾਹ ਮੈਂ ਤੈਨੂੰ ਹੀ ਪਾਣੀ ਪਿਆ ਰਿਹਾ ਹਾਂ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਉਹਨੂੰ ਜੋ ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਭਾਵੇਂ ਉਹ ਕਾਂ ਦੀ ਕਾਵਾਂ ਰੌਲੀ ਹੈ ਤੇ ਭਾਵੇਂ ਉਹ ਕੋਇਲ ਦੀ ਕੂਕ ਹੈ, ਭਾਵੇਂ ਉਹ ਬੰਸਰੀ ਦੀ ਧੁਨੀ ਹੈ ਤੇ ਭਾਵੇਂ ਉਹ ਨਗਾਰੇ ਦੀ ਗੂੰਜ ਹੈ। ਸਾਨੂੰ ਦੋ ਦਿਸਦੀਆਂ ਨੇ, ਆਖੋ ਸ੍ਰੀ ਵਾਹਿਗੁਰੂ। ਸਾਨੂੰ ਨਗਾਰੇ ਦੀ ਆਵਾਜ਼ ਵੱਖਰੀ ਸੁਣਾਈ ਦਿੰਦੀ ਹੈ, ਬੰਸਰੀ ਦੀ ਸੁਰ ਵੱਖਰੀ ਸੁਣਾਈ ਦਿੰਦੀ ਹੈ, ਸਾਨੂੰ ਕਾਂ ਦੀ ਕਾਂ ਵੱਖਰੀ ਸੁਣਾਈ ਦਿੰਦੀ ਹੈ, ਸਾਨੂੰ ਕੋਇਲ ਦੀ ਕੂਕ ਵੱਖਰੀ ਸੁਣਾਈ ਦਿੰਦੀ ਹੈ। ਪਰ ਉਹ ਅਵਸਥਾ ਕੀ ਹੈ? ਪੰਜਵੇਂ ਪਾਤਸ਼ਾਹ ਕਹਿੰਦੇ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਜੋ ਵੀ ਪਸ਼ੂ ਪੰਛੀ ਕੀੜੇ ਮਕੌੜੇ ਪੰਛੀ ਬੋਲ ਰਹੇ ਨੇ, ਜਿੰਨੇ ਵੀ ਰਾਗ, ਕਬੂਤਰ ਦੀ ਗੁਟਰਗੂ ਵਿੱਚ ਵੀ ਤੂੰ ਹੈ, ਕੋਇਲ ਦੀ ਕੂਕ ਵਿੱਚ ਵੀ ਤੂੰ ਹੈ, ਹਰ ਪਸ਼ੂ ਵਿੱਚ ਤੂੰ ਹੈ, ਹਰ ਪੰਛੀ 'ਚ ਤੂੰ ਹੈ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਤੇਰਾ ਹੀ ਰੂਪ ਹੋ ਜਾਂਦਾ। ਐਸੀ ਉਹ ਅਵਸਥਾ ਬ੍ਰਹਮ ਦੀਸੈ ਬ੍ਰਹਮ ਸੁਣੀਐ। ਹਾਂਜੀ, ਏਕ ਏਕ ਵਖਾਣੀਐ, ਇੱਕੋ ਇੱਕ ਹੋ ਜਾਂਦਾ, ਦ્વੈਤ ਭਾਵ ਮਿਟ ਜਾਂਦਾ ਹੈ। ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀਐ। ਆਤਮਾ ਦਾ ਹੀ ਪਸਾਰਾ ਫਿਰ ਦਿਸਦਾ, ਇੱਕੋ ਹੀ ਆਤਮਾ ਹੀ ਦਿਸਦੀ ਹੈ। ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਸਾਰਿਆਂ ਤੋਂ ਛੋਟਾ ਜਾਨਵਰ ਆਪਾਂ ਕੀੜੀ ਨੂੰ ਸਮਝਦੇ ਹਾਂ, ਵੱਡਾ ਹਾਥੀ ਨੂੰ ਸਮਝਦੇ ਹਾਂ। ਜੋ ਅਸੀਂ ਦੇਖਿਆ ਉਹਦੀ ਗੱਲ ਕਰਨੀ ਹੈ। ਸਾਨੂੰ ਗੁਰੂ ਸਾਹਿਬ ਸਾਡੇ ਲੈਵਲ ਤੇ ਸਮਝਾਉਂਦੇ ਹਨ। ਮੱਛਰ ਸਾਰਿਆਂ ਤੋਂ ਛੋਟਾ ਪੰਛੀ ਹੈ, ਗਰੜ ਸਾਰਿਆਂ ਤੋਂ ਵੱਡਾ ਪੰਛੀ ਹੈ। ਕਹਿੰਦੇ ਆਤਮਾ ਸਾਰਿਆਂ ਵਿੱਚ ਇੱਕੋ ਹੀ ਹੈ। ਇਹ ਨਹੀਂ ਕਿ ਕੀੜੀ 'ਚ ਹਾਥੀ ਤੇ ਆਤਮਾ ਵੱਖਰੀ ਵੱਖਰੀ ਹੈ। ਸਾਨੂੰ ਲੱਗਦਾ ਸ਼ਾਇਦ ਹਾਥੀ 'ਚ ਆਤਮਾ ਮੋਟੀ ਹੋਵੇਗੀ ਤੇ ਕੀੜੀ 'ਚ ਆਤਮਾ ਛੋਟੀ ਹੋਵੇਗੀ। ਮਹਾਰਾਜ ਕਹਿੰਦੇ ਨਹੀਂ, ਆਤਮ ਪਸਾਰਾ ਹੀ ਹੈ। ਆਤਮ ਪਸਾਰਾ ਕਰਨ ਹਾਰਾ, ਉਹ ਕਰਨੇ ਹਾਰ ਪਰਮੇਸ਼ਰ ਕਰਤਾ ਪੁਰਖ ਆਤਮਾ ਰੂਪ 'ਚ ਬਿਰਾਜਮਾਨ ਹੈ। ਪ੍ਰਭ ਬਿਨਾ ਨਹੀਂ ਜਾਣੀ ਹੈ, ਉਸ ਪ੍ਰਭੂ ਤੋਂ ਬਿਨਾ ਦੂਜਾ ਕੁਛ ਵੀ ਨਾ ਜਾਣੋ। ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ, ਆਪ ਹੀ ਪਰਮੇਸ਼ਰ ਕਰਤਾ ਹੈ। ਅਸੀਂ ਸਾਰੇ ਬੰਧਨ 'ਚ ਕਿਉਂ ਪੈਨੇ ਆ? ਜਦੋਂ ਆਪਣੇ ਆਪ ਨੂੰ ਕਰਤਾ ਮੰਨ ਲੈਂਦੇ ਹਾਂ। ਜਾਵੇ ਜਾਣੈ ਮੈਂ ਕਿਛ ਕਰਤਾ, ਮੈਂ ਕੀਤਾ, ਚੰਗਾ ਕੀਤਾ ਮੈਂ ਕੀਤਾ, ਮਾੜਾ ਕੀਤਾ ਮੈਂ ਕੀਤਾ। ਉਹ ਜਦੋਂ ਮੈਂ ਕਰਦਾ ਉਦੋਂ ਉਹਦਾ ਬੰਧਨ ਪੈਂਦਾ। ਜਾਵੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ। ਪ੍ਰਭ ਕਿਰਪਾ ਤੇ ਬੰਧਨ ਛੁਟਾਏ। ਉਹਦੀ ਕਿਰਪਾ ਹੋ ਜਾਵੇ। ਆ ਕਰਤਾ ਤੇ ਭੋਗਤਾ ਪੁਣੇ ਦਾ ਬੰਧਨ, ਆਪ ਕਰਤਾ ਤੇ ਆਪ ਭੁਗਤਾ। ਭੁਗਤਾ ਕਹਿੰਦੇ ਭੋਗਣ ਵਾਲਾ। ਮੈਂ ਚੰਗਾ ਕੰਮ ਕੀਤਾ ਮੈਂ ਸੁੱਖ ਭੋਗਾ, ਮੈਂ ਮਾੜਾ ਕੀਤਾ ਮੈਂ ਦੁੱਖ ਭੋਗਾ ਜਾਂ ਮੈਂ ਭੋਗ ਰਿਹਾ। ਉਹ ਇਹ ਸਾਡਾ ਇੱਕ ਭਰਮ ਹੈ। ਕਹਿੰਦੇ ਉਹ ਅਵਸਥਾ 'ਚ ਜਾ ਕੇ ਜਦੋਂ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਸਾਧ ਸੰਗਤ ਜੀ ਇੰਨਾ ਨਾ ਸਮਝ ਲੈਣਾ ਵੀ ਮੈਂ ਇਹਦੀ ਕਥਾ ਕਰ ਰਿਹਾ ਤੇ ਮੇਰੀ ਅਵਸਥਾ ਹੈ ਜਾਂ ਤੁਸੀਂ ਸੁਣ ਲਈ ਤੁਹਾਡੀ ਅਵਸਥਾ ਹੈ। ਇਹ ਅਵਸਥਾ ਬ੍ਰਹਮ ਗਿਆਨੀ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਹੈ। ਉਹਨਾਂ ਦੀ ਕਿਰਪਾ ਹੋ ਜੇ ਸਾਡੀ ਤੁਹਾਡੀ ਉੱਦਾਂ ਦੀ ਅਵਸਥਾ ਬਣ ਸਕਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆਪ ਕਰਤਾ ਆਪ ਭੁਗਤਾ, ਆਪ ਪਰਮੇਸ਼ਰ ਵਾਹਿਗੁਰੂ ਕਰਨ ਵਾਲਾ ਹੈ। ਸਭ ਥਾਵਾਂ ਤੇ ਉਹ ਕਰਤਾ ਪੁਰਖ ਬੈਠਾ ਹੋਇਆ ਹੈ ਤੇ ਆਪ ਹੀ ਭੋਗ ਰਿਹਾ ਹੈ। ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀ। ਹਾਂਜੀ, ਆਪ ਕਾਰਨ ਕੀਆ, ਆਪ ਹੀ ਉਸਨੇ ਕਾਰਨ ਤੇ ਆਪ ਹੀ ਕੀਆ। ਕਾਰਨ ਹੁੰਦਾ, ਦੋ ਕਾਰਨ ਹੁੰਦੇ ਸਾਧ ਸੰਗਤ ਜੀ। ਇੱਕ ਹੁੰਦਾ ਉਪਾਦਾਨ ਕਾਰਨ, ਇੱਕ ਹੁੰਦਾ ਨਿਮਿਤ ਕਾਰਨ। ਘੜੇ ਦਾ ਉਪਾਦਾਨ ਕਾਰਨ ਮਿੱਟੀ ਹੈ, ਨਿਮਿਤ ਕਾਰਨ ਘੁਮਿਆਰ ਹੈ। ਮਕਾਨ ਦਾ ਉਪਾਦਾਨ ਕਾਰਨ ਰੇਤਾ ਬਜਰੀ ਸੀਮੈਂਟ ਇੱਟਾਂ ਲੱਕੜੀ ਹੈ ਤੇ ਨਿਮਿਤ ਕਾਰਨ ਮਿਸਤਰੀ ਰਾਜ ਹੈ, ਕਾਰੀਗਰ ਹੈ। ਹਰ ਚੀਜ਼ ਦੇ ਦੋ, ਇੱਕ ਤਲਵਾਰ ਬਣੀ ਹੈ ਉਹਦਾ ਉਪਾਦਾਨ ਕਾਰਨ ਲੋਹਾ ਹੈ ਤੇ ਉਹਦਾ ਨਿਮਿਤ ਕਾਰਨ ਲੋਹਾਰ ਹੈ। ਦੋ ਕਾਰਨਾਂ ਤੋਂ ਬਿਨਾਂ ਕਾਰਜ ਦੀ ਉਤਪਤੀ ਨਹੀਂ ਹੁੰਦੀ। ਦੋ ਮਿਲ ਕਾਰਜ
उपजै। दोवां नूं मिल के काम हुंदा। आखो श्री वाहिगुरू। मिस्त्री आया होवे ते आपां रेता बजरी सीमेंट ना मंगाया होवे, वो कहेगा सरदार जी समान लियाओ तो मकान बनावा। तो समान पिया होवे तो मिस्त्री कई बार कहता मेरे को टाइम नहीं, 10 दिन ठहरो मैं आवांगा, मकान नहीं। जब दोवें चीज़ां रलणगियां, दो मिल कारज उपजै, काम बनेगा। एडा वड्डा संसार बन गया। थोड़ा ध्यान देना, 2-4 मिनट च मैं समाप्ति करनी। एडा वड्डा संसार बन गया। मिस्त्री किहड़ा सी? आप करता परमेश्वर। कहते चलो मिस्त्री तो सी, पर मटीरियल कित्थों लैके आया? क्योंकि एक सी ना, कल्ले की गल करते आपां, दूजे की गल नहीं करते। जे 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 मटीरियल कितों होर आया, मिट्टी, 5 तत्त, हवा, पानी, अग, कित्थों लिया? मिस्त्री तो मन लिया परमेश्वर सी, करता पुरख सी। घड़ा तो मिट्टी तो बनाता, घुमियार आ गया, मिट्टी भी आ गई, दोवें रल के घड़ा बन गया। हुण घुमियार तो चलो परमात्मा सी, मिट्टी कित्थों आई सी? फिर महाराज कहते आप करता, आप भुगता, आप कारण किया। इत्थे सवाल है, यही एक मसला है, बड़ा गंभीर है। जे कहिए भी मटीरियल सी तो हुण भी आ मिट्टी सामने साढ़े सामने पई है। इहदे चों साडा हार्ट, साडा दिमाग, साडियां अखां, साडे गन, साडा आप सारा ढांचा बन सकता है? बनाओ, मैनूं दिखाओ। हुण क्यों नहीं बनता? मिट्टी पई है, हवा भी पई है, अग भी है, पानी भी है। अपने आप इदां दा शरीर बनदा? साडा कल्ले दा नहीं, 84 लाख जूनियां दा, कीड़ी तो लैके हाथी तक, मच्छर तो गरड़ तक, आ सारा ढांचा। कहते करते पुरख ने दुनिया बनाई, वो मिस्त्री होया, मटीरियल कित्थों लैके आया? महाराज कहते इक्को ही दुनिया की एग्जैम्पल दी उन्हें सानू, महापुरुषों ने समझाने लई सानू इक्को ही है। स्पाइडर, बकड़ी देखी है, वो जाला बुनती है, कित्थों बुनती है? अपने अंदरों ही कढ़ी जाती है, तो आप ही बुनी जाती है, तो आप ही उहदे च रहिंदी है। आखो सतनाम श्री। इक्को ही एग्जैम्पल है, समझाने लई आ। भी स्पाइडर, बकड़ी जाला बुनती है, अपने विचों कढ़दी जाती है, आप ही बुनी जाती है, आप ही विच रहिंदी है। हमारे कहते कीता पसाओ, एको कवाओ, तिसते होए लख दरियाओ। आप करता, आप भुगता, आप कारण किया। आप ही है, आप ही वो पंजे तत्त बनया है। आपे वो पंजा तत्तां दा पसारा बना के जोड़ के आप पंजा भूतां दा शरीर बनांदा है। किन्ने लखां नाड़ियां इस शरीर च। साइंसदान कहते जिहड़े मैडिकल साइंस वाले भी 60 अरब सैल साडे दिमाग विच ने, इन्नी सारी डब्बी है। उहदे विच इन्नी थां है जिहदे विच इन्नी मैमोरी है भी जे कोई 300 साल लगातार मूवी चले ना तो इन्नी कि वो सारी उस जगह ते फिट है, इन्नी इस बंदे दे दिमाग विच है। आ जिन्ने कंप्यूटर ने, जिन्ना इंटरनेट सिस्टम है, जिन्ना बिजली का सिस्टम है, जिन्ना हवाई जहाज़ों का सिस्टम है, जिन्ना रेलवे का सिस्टम है, जिन्नी तकनीक है, टैक्नोलॉजी है, अज कित्थों पैदा हुई है? मैं दसो, इत्थों हुई है ना। तो ये कित्थों पैदा होया? ये आप कारण किया, ये आप बैठा होया है। इस करके सब दा करता वो इको ही है। महाराज सच्चे पातशाह कहते आप करता, आप भुगता, आप कारण किया। हाँ जी। बिनवंत नानक सेई जान है, जिनी हर रस पिया। पर यह गल नूं जानदा, आप भुगता है, आप ही उपादान कारण है। मिट्टी भी आप है, ते घुमियार भी आप है, ते घड़ा भी आप है, मकान भी आप है, रेता भी आप है, बजरी भी आप है, सीमेंट भी आप है, सरिया भी आप है, लकड़ी भी आप है, ते मिस्त्री भी आप है, ते विच बैठा भी आप है, साजदा भी आप है, ते ढांदा भी आप है। सब आपे आप है। आप ही ने आप साजियो,
आपे न रचियो नाओ, दुई कुदरत साजे है, कर आसन डिठो चाओ, दाता करता आप तू, तुस देवै करै पसाओ, तू जानोई सब सै, दे वैसै जिंद गवाओ, कर आसन डिठो चाओ। ये उस प्रभु की खेड है। सो गुरु प्यारिओ, महाराज सच्चे पातशाह गरीब नवाज सतगुरु गुरु अंगद देव साहब जी, धन सतगुरु हरगोबिंद साहब महाराज मेरिया पीरियां दे मालक किरपा करन, साडे सिर ते हथ रखन, सानू अपनी भावनी भगती शरधा बख्शण। कलयुग दा घोर अंधकार समा है, डुबदे बन्ने बेड़े लाण सच्चे पातशाह साडे, पार लंघाण भव सागर तो। ये अरदास करो सच्चे पातशाह, अब की बार बख्श बंदे को, बौर ना पहुँचन फेरा। आप जी दे शहर नगर विच आके बड़ा प्यार मिलिया, इत्थों दे प्रबंधकां वल्लों, गुरु घर दी सहयोग प्रबंधक कमेटी का बहुत धन्नवाद है, जिन्हां ने संगतां दे दर्शन कराए हैं। इत्थों दे सत्कारयोग सिंह साहब हैड ग्रंथी साहब बड़े प्यार वाले ने, और गुरु कृपा करे इन्हां नूं होर प्यार दा रंग चढ़ावे, तां संगतां नूं गुरबाणी नाल जोड़दे ने, इसे तरह जोड़ते रहन। इत्थों दे जिथे नौजवान सिंह तैयार बर तैयार हैं, गुरु की बाणी नाल जुड़े हुए, इन्हां नौजवानों ने भी बहुत प्यार किया, लैके आए ने ते संगतां दे दर्शन कराए ने। सारियां संगतां दा बहुत धन्नवाद, ते सब तो ज़्यादा कोटान कोट शुक्र है श्री गुरु ग्रंथ साहब जी का। कहो नानक सतगुर बलिहारी, जिन ए थान सुहाया, जिन्हां दी किरपा नाल सत्संग हुंदी है, साध संगत जी। गुरु का तो कोटान कोट शुक्र करते रहिए। जे गुरु ना होवे आपां इत्थे इकट्ठे हो के बह नहीं सकते। प्रदेशों के विच आपां इदां खिंड जाइए, कोई किधर होवे कोई किधर होवे, जे गुरु महाराज ने तो आपां सारे सिर जोड़ के बहने आ। इस करके कोटान कोट शुक्र गुरु ग्रंथ साहब का करया करिए, सत्कार गुरु का रखा करिए। इतने बचन प्रवान करने, अखीरलियां पंक्तियां सरवण करिए, फिर समाप्ति है जी। आप करता आप भुगता आप कारण किया, बिनवंत नानक सेई जाना, जिनी हर रस पिया। वाहिगुरु जी का खालसा, वाहिगुरु जी की फतेह। राम कली